Subscribe to our YouTube channel. Press the bell icon to get the latest updates. ਬਹੁਤ ਧੰਨਵਾਦ ਤੁਹਾਡੇ ਚੰਨੀ ਜੀ ਇਹਦੇ ਚ ਸਿਰਫ ਇਹ ਹੈ ਵੀ ਇਹ ਇਨਸਪੀਰੇਸ਼ਨ ਤੁਹਾਡਾ ਇਨਸਪੀਰੇਟਰ ਕੌਣ ਹੈ ਵੀ ਕਿਹਨੂੰ ਇੰਸਪਾਇਰ ਹੁੰਦੇ ਹੋ ਇੱਕ ਪੱਤਰਕਾਰ ਹੈ ਤਰਲੋਚਨ ਸਿੰਘ ਅਜੇ ਮੈਂ ਕੁਝ ਵੀ ਨਹੀਂ ਸੀ ਕੋਈ ਸੋਚ ਵੀ ਨਹੀਂ ਸੀ ਇੱਕ ਵਾਰ ਗਵਰਨਰ ਸਾਹਿਬ ਨੂੰ ਮਿਲਣ ਗਏ ਬਾਹਰ ਤਰਲੋਚਨ ਸਿੰਘ ਤੇ ਤੁਹਾਡੇ ਦੋ ਤਿੰਨ ਪੱਤਰਕਾਰ ਗੱਲਾਂ ਕਰ ਰਹੇ ਸੀ ਕਿ ਚੰਨੀ ਸੀਐਮ ਦਾ ਕੈਂਡੀਡੇਟ ਹੋ ਸਕਦਾ ਜਦ ਮੈਂ ਮੰਤਰੀ ਦਾ ਕੈਂਡੀਡੇਟ ਵੀ ਨਹੀਂ ਸੀ ਇਸ ਕਰਕੇ ਕਿਹਾ ਮੈਂ ਉਹਨਾਂ ਦਾ ਨਾਮ ਲਿਆ ਕਿ ਇਹਨਾਂ ਦੀ ਸੋਚ ਬਹੁਤ ਅੱਗੇ ਤੱਕ ਚਲੀ ਜਾਂਦੀ ਹੈ ਔਰ ਉਹ ਜੀਵ ਦਾ ਧਿਆਨ ਰੱਖ ਕੇ ਜੋ ਕਹਿੰਦੇ ਸੱਚ ਹੋ ਜਾਂਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਪੂਰੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਤੇ ਮੈਂ ਕਾਮਨਾ ਕਰਦਾ ਮੇਰੀ ਅਰਦਾਸ ਹੈ ਮੈਂ ਗੁਰਦੁਆਰਾ ਸਾਹਿਬ ਵਿੱਚ ਵੀ ਕੀਤੀ ਕਿ ਪੰਜਾਬ ਤਰੱਕੀਆਂ ਤੇ ਜਾਵੇ ਪੰਜਾਬ ਦੀ ਸ਼ਾਨ ਹੋਰ ਉੱਚੀ ਹੋਵੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਉੱਨਤੀ ਤਰੱਕੀ ਆਵੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਬੜਾ ਧੰਨਵਾਦ ਤੁਸੀਂ ਸਰ ਤੁਹਾਨੂੰ ਕਹਿ ਰਿਹਾ ਦੀਵਾਨਾ ਜੀ ਤੁਹਾਨੂੰ ਕਹਿ ਰਿਹਾ ਤੁਹਾਨੂੰ ਸਲਾਮ ਹੈ ਬਹੁਤ ਲੰਬੀ ਪੱਤਰਕਾਰੀ ਤੁਸੀਂ ਕੀਤੀ ਤੁਸੀਂ ਵੀ ਅੱਜ ਆਏ ਤੁਹਾਡਾ ਬੜਾ ਧੰਨਵਾਦ ਤੁਸੀਂ ਦੇਖਿਆ ਕਿ ਅਸੀਂ 100 ਦਿਨਾਂ ਦੇ ਵਿੱਚ ਜੋ ਡਿਸੀਜਨ ਲਏ ਹੈ ਉਹ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਸਰਾਹਿਆ ਗਿਆ ਹੈ ਕਿਉਂਕਿ ਇਹ ਆਮ ਲੋਕਾਂ ਦੇ ਹਿੱਤ ਦੇ ਡਿਸੀਜਨ ਹੈ ਆਮ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਰਸੋਈ ਕਿਵੇਂ ਚੱਲਣੀ ਹੈ ਉਹਦੇ ਮਸਲੇ ਹੱਲ ਕੀਤੇ ਗਏ ਹੈ ਆਮ ਲੋਕ ਚਾਹੇ ਮਿਡਲ ਕਲਾਸ ਹੈ ਚਾਹੇ ਗਰੀਬ ਹੈ ਚਾਹੇ ਕਿਸਾਨ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਚਾਹੇ ਇੰਡਸਟਰੀਅਲਿਸਟ ਹੈ ਉਹਨਾਂ ਸਾਰਿਆਂ ਦੇ ਮਸਲੇ ਜੋ ਲਮਕ ਰਹੇ ਸੀ ਉਹਨਾਂ ਨੂੰ ਅਸੀਂ ਸਹੀ ਕੀਤਾ ਕਿਉਂਕਿ ਜੋ ਆਪਣੇ ਜੀਵਨ ਦੇ ਵਿੱਚ ਮੈਂ ਗਰੀਬੀ ਔਰ ਮਿਡਲ ਕਲਾਸ ਦੇ ਵਿੱਚ ਹੰਡਾਇਆ ਜੋ ਮੁਸ਼ਕਲਾਂ ਆਮ ਲੋਕਾਂ ਨੂੰ ਆਉਂਦੀਆਂ ਅਸੀਂ ਉਹਨਾਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਾਂ ਬਿਜਲੀ ਦੇ ਸਮਝੌਤੇ ਜਿਹੜੇ ਪਿਛਲੀ ਸਰਕਾਰਾਂ ਨੇ ਬਿਜਲੀ ਬਣਾਉਣ ਵਾਲਿਆਂ ਦੇ ਹੱਕ ਵਿੱਚ ਕੀਤੇ ਹੋਏ ਸੀ ਉਹਨਾਂ ਨੂੰ ਅਸੀਂ ਰੱਦ ਕੀਤਾ ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਦੇ ਕੇ ਪਿੱਛੇ ਕੁਝ ਬਚਦਾ ਨਹੀਂ ਸੀ ਲੰਬੇ ਲੰਬੇ ਬਿੱਲ ਘਰਾਂ ਦੇ ਵਿੱਚ ਆਏ ਹੋਏ ਸੀ 2 ਕਿਲੋਵਾਟ ਤੱਕ ਦੇ 51 ਲੱਖ ਪਰਿਵਾਰ ਹੈ ਜਿਨ੍ਹਾਂ ਦੇ ਅਸੀਂ ਬਿਜਲੀ ਦੇ ਪੁਰਾਣੇ ਸਾਰੇ ਬਕਾਏ ਮਾਫ ਕੀਤੇ ਔਰ ਉਹਨਾਂ ਦੇ ਬਿੱਲਾਂ ਦੇ ਵਿੱਚ ਲਿਖ ਕੇ ਆ ਗਿਆ ਕਿ ਤੁਹਾਡਾ ਪੁਰਾਣਾ ਬਕਾਇਆ ਪੰਜਾਬ ਸਰਕਾਰ ਨੇ ਪੇ ਕਰ ਦਿੱਤਾ ਹੈ ਹੁਣ ਤੁਹਾਡਾ ਬਕਾਇਆ ਜ਼ੀਰੋ ਹੈ ਤੁਹਾਨੂੰ ਕੋਈ ਦੇਣ ਦੀ ਲੋੜ ਨਹੀਂ 20 ਲੱਖ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ ਇਸੇ ਤਰ੍ਹਾਂ ਪਾਣੀ ਦੀਆਂ ਟੈਂਕੀਆਂ ਪਿੰਡਾਂ ਦੇ ਪਾਣੀ ਪੰਚਾਇਤਾਂ ਦੀਆਂ ਜਿਹੜੀਆਂ ਟੈਂਕੀਆਂ ਲੱਗੀਆਂ ਹੋਈਆਂ ਜਿਹਦੇ ਨਾਲ ਪਿੰਡ ਨੂੰ ਪਾਣੀ ਆਉਂਦਾ ਉਹਦੇ ਬਿੱਲ ਨਹੀਂ ਸੀ ਦਿੱਤੇ ਜਾ ਰਹੇ ਐਸੀ ਪੂਰੇ ਪੰਜਾਬ ਦੇ ਪਾਣੀ ਦੀਆਂ ਟੈਂਕੀਆਂ ਦੇ ਸ਼ਹਿਰਾਂ ਦੇ ਵੀ ਤੇ ਪਿੰਡਾਂ ਦੇ ਵੀ ਬਿੱਲ ਦੇ ਦਿੱਤੇ ਹੈ ਹੁਣ ਅੱਗੇ ਨੂੰ ਵੀ ਪਾਣੀ ਦੀ ਜਿਹੜੀ ਪਿੰਡ ਦੀ ਟੈਂਕੀ ਹੈ ਉਹਦੇ ਵਿੱਚ ਜਿਹੜੀ ਮੋਟਰ ਲੱਗੀ ਹੋਈ ਹੈ ਉਹਦਾ ਬਿੱਲ ਪਿੰਡਾਂ ਦੇ ਵਿੱਚ ਨਹੀਂ ਜਾਣਾ ਪੁਰਾਣਾ ਬਕਾਇਆ ਮਾਫ ਕਰ ਦਿੱਤਾ ਹੈ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਅੱਗੇ ਨੂੰ ਬਿੱਲ ਨਹੀਂ ਜਾਣਾ ਪੁਰਾਣਾ ਬਕਾਇਆ ਮਾਫ ਕਰ ਦਿੱਤਾ ਹੈ ਇਹਦੇ ਨਾਲ 1168 ਕਰੋੜ ਰੁਪਇਆ ਪਿੰਡਾਂ ਦਾ ਮਾਫ ਹੋਇਆ 700 ਕਰੋੜ ਰੁਪਇਆ ਸ਼ਹਿਰਾਂ ਦਾ ਮਾਫ ਹੋਇਆ ਤੇ ਫਲੈਟ ਰੇਟ ਪਾਣੀ ਦਾ ਜਿਹੜਾ ਕਿ ਪਿੰਡਾਂ ਦੇ ਵਿੱਚ 160 ਰੁਪਇਆ ਸੀ ਪਹਿਲਾਂ ਤੇ ਸ਼ਹਿਰਾਂ ਦੇ ਵਿੱਚ 105 ਤੋਂ ਲੈ ਕੇ 250 ਰੁਪਏ ਸੀ ਅਸੀਂ ਫਲੈਟ ਰੇਟ 50 ਰੁਪਏ ਕਰ ਦਿੱਤਾ ਸਾਰੀਆਂ ਨੌਕਰੀਆਂ ਦੇ ਵਿੱਚ 10 ਜੇ ਕਿਸੇ ਨੇ ਪੰਜਾਬ 'ਚ ਨੌਕਰੀ ਲੈਣੀ ਹੈ ਬਾਹਰੋਂ ਆ ਕੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਮੈਰਿਟ 'ਚ ਆ ਕੇ ਨੌਕਰੀਆਂ ਲੈ ਲੈਂਦੇ ਪੰਜਾਬੀਆਂ ਨੂੰ ਨਹੀਂ ਮਿਲਦੀਆਂ ਇਹ ਮਸਲੇ ਦਾ ਹੱਲ ਅਸੀਂ ਇਸ ਤਰ੍ਹਾਂ ਕੀਤਾ ਹੈ ਕਿ 10ਵੀਂ ਤੱਕ ਪੰਜਾਬੀ ਪਹਿਲਾਂ ਪਾਸ ਹੋਈ ਵੀ ਹੋਣੀ ਚਾਹੀਦੀ ਹੈ
ਤਾਂ ਪੰਜਾਬ ਦੇ ਵਿੱਚ ਬੰਦਾ ਨੌਕਰੀ ਕਰ ਸਕਦਾ ਹੈ। ਹੁਣ ਬਾਹਰ ਦੇ ਬੰਦੇ ਆ ਕੇ ਨਹੀਂ ਨੌਕਰੀ ਲੈ ਸਕਦੇ, ਕਿਉਂਕਿ ਸਿੱਧਾ ਇਹ ਕਾਨੂੰਨ ਪਾਸ ਕਰਨਾ ਔਖਾ ਸੀ, ਕਾਨੂੰਨ ਜਿਹੜਾ ਕਨਸਟੀਟਿਊਸ਼ਨ ਦੇ ਉਲਟ ਜਾਂਦਾ ਸੀ। ਪੰਜਾਬ ਦੇ ਵਿੱਚ ਮਹਾਨ ਸ਼ਖਸੀਅਤਾਂ ਦੇ ਨਾਮ ਤੇ ਜਿਨ੍ਹਾਂ ਦੇ ਪਹਿਲਾਂ ਚੇਅਰਸ ਨਹੀਂ ਸੀ, ਉਹਨਾਂ ਦੀ ਸਟੱਡੀ ਨੂੰ ਅਧਿਐਨ ਕਰਨ ਵਾਸਤੇ ਉਹਦੇ ਵਾਸਤੇ ਅਸੀਂ ਚੇਅਰ ਸਥਾਪਿਤ ਕੀਤੀਆਂ। ਭਾਈ ਜੇਤਾ ਜੀ ਦੇ ਲਈ, ਪਰਸ਼ੂਰਾਮ ਜੀ ਦੇ ਲਈ, ਗੁਰੂ ਰਵਿਦਾਸ ਜੀ ਦੇ ਲਈ, ਭਗਵਾਨ ਵਾਲਮੀਕ ਜੀ ਦੇ ਲਈ, ਸੰਤ ਕਬੀਰ ਜੀ ਦੇ ਲਈ, ਮੱਖਣ ਸ਼ਾਹ ਲਵਾਣਾ ਜੀ ਦੇ ਲਈ ਤੇ ਭਗਵਾਨ ਪਰਸ਼ੂਰਾਮ ਜੀ ਦੇ ਫਗਵਾੜੇ ਦੇ ਮੰਦਿਰ ਦੇ ਵਿੱਚ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਅਸੀਂ ਉਸਾਰੀ ਸ਼ੁਰੂ ਕਰਾਈ ਹੈ। ਰਾਮਾਇਣ, ਭਗਵਦ ਗੀਤਾ, ਮਹਾਭਾਰਤ ਦੇ ਉੱਤੇ ਅਧਿਐਨ ਸੈਂਟਰ ਪਟਿਆਲੇ ਦੇ ਵਿੱਚ ਅਸੀਂ ਖੋਲ ਰਹੇ ਹਾਂ। ਉੱਥੇ ਜਗ੍ਹਾ ਅਲਾਟ ਕਰ ਦਿੱਤੀ ਹੈ, ਪੈਸੇ ਅਲਾਟ ਕਰ ਦਿੱਤੇ ਗਏ ਹੈ ਤੇ ਉਸ ਦਾ ਕੰਮ ਸ਼ੁਰੂ ਹੋ ਗਿਆ ਹੈ। ਰੇਤਾ 22 ਰੁਪਏ ਤੱਕ ਵਿਕਦਾ ਸੀ ਦਰਿਆ ਦੇ ਉੱਤੇ। ਇੱਥੇ ਕਨਫਿਊਜ਼ਨ ਹੈ, ਕਈ ਵਾਰ ਕਈਆਂ ਨੂੰ ਇਹ ਹੋ ਜਾਂਦਾ ਕਿ ਸ਼ਾਇਦ ਘਰ 5.5 ਰੁਪਏ ਮਿਲਣਾ ਹੈ, ਲੇਕਿਨ ਅਸੀਂ 5.5 ਰੁਪਏ ਖੱਡ ਦਾ ਰੇਟ ਕਰ ਦਿੱਤਾ ਹੈ। ਨਾਲ ਇਹ ਵੀ ਕਹਿ ਦਿੱਤਾ ਹੈ ਕਿ ਕੋਈ ਜੇ 5.5 ਤੋਂ ਜ਼ਿਆਦਾ ਵੇਚਦਾ ਉਹਦੀ ਵੀਡੀਓ ਪਾਓ, ਵੀਡੀਓ ਬਣਾਉਣ ਵਾਲੇ ਨੂੰ 25,000 ਰੁਪਏ ਇਨਾਮ ਦਿੱਤਾ ਜਾਏਗਾ ਤੇ ਜਿਹੜਾ ਵੇਚਦਾ ਹੈ ਉਹਨੂੰ ਫੜ ਕੇ ਅੰਦਰ ਦਿੱਤਾ ਜਾਏਗਾ। ਇਸੇ ਤਰ੍ਹਾਂ ਗੁਲਾਬੀ ਸੁੰਡੀ ਦਾ ਤੇ ਹੋਰ ਵੀ ਖਰਾਬਾ ਜਿਹੜਾ ਹੋਇਆ ਹੈ। ਪਹਿਲਾਂ 12,000 ਰੁਪਏ ਮਿਲਦਾ ਹੁੰਦਾ ਸੀ, ਹੁਣ ਅਸੀਂ 17,000 ਰੁਪਏ ਕਰ ਦਿੱਤਾ ਹੈ ਮੁਆਵਜ਼ਾ 1 ਕਿੱਲੇ ਦੇ ਮਗਰ, ਤੇ ਪੈਸੇ ਅਸੀਂ ਭੇਜ ਦਿੱਤੇ ਹੈ, ਡਿਸਪਰਸ ਹੋਣੇ ਸ਼ੁਰੂ ਹੋ ਰਹੇ। ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ 36,000 ਨੂੰ ਅਸੀਂ ਕਾਨੂੰਨ ਬਣਾ ਕੇ ਪੱਕਾ ਕੀਤਾ ਹੈ, ਲੇਕਿਨ ਗਵਰਨਰ ਸਾਹਿਬ ਵੱਲੋਂ ਰਾਜਨੀਤਿਕ ਕਾਰਨਾਂ ਕਰਕੇ ਫਾਈਲ ਨੂੰ ਰੋਕਿਆ ਹੋਇਆ ਹੈ। ਸਾਡੇ ਚੀਫ ਸੈਕਟਰੀ ਸਾਹਿਬ 2 ਵਾਰ ਜਾ ਕੇ ਆਏ हैं, ਮੈਂ ਮੰਤਰੀਆਂ ਨੂੰ ਨਾਲ ਲੈ ਕੇ ਜਾ ਕੇ ਆਇਆ ਕਿ ਫਾਈਲ ਨੂੰ ਕਲੀਅਰ ਕਰੋ, ਲੇਕਿਨ ਉਹਨਾਂ ਵੱਲੋਂ ਅਜੇ ਤੱਕ ਕੀਤੀ ਨਹੀਂ। ਹੁਣ ਅਸੀਂ ਸੋਮਵਾਰ ਨੂੰ ਉਹਨਾਂ ਨੂੰ ਫੇਰ ਮਿਲਣ ਜਾ ਰਹੇ, ਸਾਰੇ ਕੈਬਨਿਟ ਦੇ ਮੰਤਰੀਆਂ ਦੇ ਨਾਲ ਮੈਂ ਆਪ ਜਾ ਰਿਹਾ, ਲੇਕਿਨ ਜੇ ਨਹੀਂ ਕਰਨਗੇ ਤਾਂ ਇਹ ਰਾਜਨੀਤੀ ਹੈ। ਐਸੀ ਧਰਨਾ ਵੀ ਦੇਣਾ ਪਿਆ ਤਾਂ ਧਰਨਾ ਦੇ ਸਕਦੇ ਹਾਂ, ਲੇਕਿਨ ਅਸੀਂ ਮੁਲਾਜ਼ਮ ਪੱਕੇ ਕਰਨੇ ਹੈ। ਸਾਡਾ ਕਾਨੂੰਨ ਬਣਿਆ ਹੋਇਆ ਹੈ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਟਾਈਮ ਸਿਰ ਕਾਨੂੰਨ ਜਿਹੜਾ ਬਣਿਆ ਹੋਇਆ ਉਸ ਦੀ ਫਾਈਲ ਨੂੰ ਕਲੀਅਰ ਕਰੇ, ਉਹ ਜਾਣ ਕੇ। ਕਿਉਂਕਿ ਪਹਿਲਾਂ ਮੈਨੂੰ ਇਹ ਸੀ ਕਿ ਸ਼ਾਇਦ ਕਿਤੇ ਬਿਜ਼ੀ ਹੈ, ਲੇਕਿਨ ਹੁਣ ਮੈਂ ਵੀ ਜਾਇਆ, ਚੀਫ ਸੈਕਟਰੀ ਵੀ ਜਾਇਆ, ਹੁਣ ਇਹ ਰਾਜਨੀਤੀ ਹੈ, ਕਿਉਂਕਿ ਪਿੱਛੇ ਤੋਂ ਬੀਜੇਪੀ ਦਾ ਪ੍ਰੈਸ਼ਰ ਹੈ। ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। 40,000 ਤੋਂ ਵੱਧ ਵੈਟ ਦੇ ਕੇਸ ਅਸੀਂ ਉਹਨਾਂ ਦੀ ਅਸੈਸਮੈਂਟ ਜਿਹੜੀ ਚੱਲ ਰਹੀ ਸੀ ਉਹ ਖਤਮ ਕਰ ਦਿੱਤੀ ਹੈ ਤੇ ਉਹਨਾਂ ਨੂੰ ਬਿਲਕੁਲ ਸੁਰਖਰੂ ਕਰ ਦਿੱਤਾ ਹੈ। ਪੈਟਰੋਲ ਤੇ ਰੇਟ 10 ਰੁਪਏ ਘੱਟ ਕੀਤੇ ਹੈ, ਡੀਜ਼ਲ ਦੇ ਰੇਟ 5 ਰੁਪਏ ਘੱਟ ਕੀਤੇ ਹੈ। ਜਿਹੜੇ ਕਹਿੰਦੇ ਹੈ ਕਿ ਜੀ ਫੈਸਲੇ ਐਲਾਨੇ ਹੀ ਜਾਂਦੇ, ਲਾਗੂ ਨਹੀਂ ਹੁੰਦੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੈਟਰੋਲ ਪੰਪ ਪਰ ਜਾ ਕੇ ਪੈਟਰੋਲ ਪਾਉਣ, 10 ਰੁਪਏ ਸਸਤਾ ਮਿਲ ਰਿਹਾ ਹੈ, ਡੀਜ਼ਲ ਪਾਉਣ 5 ਰੁਪਏ ਸਸਤਾ ਮਿਲ ਰਿਹਾ ਹੈ, ਬਿਜਲੀ ਦੇ ਬਕਾਏ ਬਿਲਾਂ ਚੈੱਕ ਕਰ ਲੈਣ, ਅਗਲੇ ਜਿਹੜੇ ਬਿੱਲ ਆ ਰਹੇ ਉਹ ਚੈੱਕ ਕਰ ਲੈਣ, 3 ਰੁਪਏ ਰੇਟ ਘਟ ਕੇ ਆ ਰਹੇ ਬਿਜਲੀ ਦੇ। ਕਾਰਨ ਇਹ ਹੈ ਕਿ ਜਿਹੜੇ ਲੋਕ ਗਰੰਟੀਆਂ ਦੇ ਰਹੇ ਸੀ, ਘਰਾਂ ਦੇ ਵਿੱਚ ਫਾਰਮ ਭਰ ਰਹੇ ਸੀ ਜਾ ਕੇ, ਉਹਨਾਂ ਦੇ ਘਰ ਪਏ ਹੀ ਗਰੰਟੀ ਕਾਰਡ ਐਕਸਪਾਇਰ ਹੋ ਗਏ ਉਹਨਾਂ ਪਾਰਟੀਆਂ ਦੇ, ਤੇ ਉਹਨਾਂ ਪਾਸ ਹੁਣ ਹੋਰ ਕੁਝ ਕਹਿਣ ਨੂੰ ਬਚਿਆ ਨਹੀਂ, ਸਿਰਫ ਇਹੀ ਕਹਿੰਦੇ ਵੀ ਇਹ ਐਲਾਨ ਕਰਦਾ ਹੈ, ਜਦ ਕਿ ਅਸੀਂ ਐਲਾਨ ਨਹੀਂ ਕਰਦੇ, ਲਾਗੂ ਕਰਦੇ। ਇਹ ਮੈਂ ਪੁਰਾਣੇ ਜਿਹੜੇ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਉਹਨਾਂ ਚੋਂ ਕੁਝ ਫੈਸਲੇ ਦੱਸੇ। ਹੁਣ ਮੈਂ ਨਵੇਂ ਫੈਸਲੇ ਜਿਹੜੇ ਲਾਗੂ ਕੀਤੇ ਹੈ ਉਹ ਤੁਹਾਨੂੰ ਦੱਸਣ ਜਾ ਰਿਹਾ। ਮਿਡ ਡੇ ਮੀਲ ਵਰਕਰ, ਇਹਨਾਂ ਦੀ 22,200 ਰੁਪਏ ਪਹਿਲਾਂ ਮਿਲਦਾ ਸੀ ਇਹਨਾਂ ਨੂੰ, ਐਸੀ ਇਹਨਾਂ ਨੂੰ ਵਧਾ ਕੇ 3,000 ਰੁਪਇਆ ਕਰ ਦਿੱਤਾ ਹੈ। ਇਹ ਲਗਭਗ 46,000 ਵਰਕਰ ਹੈ ਪੰਜਾਬ ਦੇ ਵਿੱਚ, ਮਿਡ ਡੇ ਮੀਲ ਜਿਹੜੇ ਸਕੂਲਾਂ ਦੇ ਵਿੱਚ ਬਣਾਉਂਦੇ ਆ। ਗਰੀਬ ਲੋਕ ਹੈ, ਉਹਨਾਂ ਨੂੰ ਸਿਰਫ 2200 ਰੁਪਇਆ ਦਿੰਦਾ ਜਾਂਦਾ ਸੀ, ਅਸੀਂ ਇਕੱਠਾ 800 ਰੁਪਇਆ ਵਧਾ ਕੇ ਉਹਨਾਂ ਦਾ 3,000 ਕਰ ਦਿੱਤਾ ਹੈ, ਨਾਲ ਨੋਟੀਫਿਕੇਸ਼ਨ ਕਰ ਦਿੱਤੀ ਹੈ।
ਇਸੇ ਤਰ੍ਹਾਂ ਇਸ ਮਹੀਨੇ ਤੋਂ ਮਿਲਣ ਲੱਗ ਜਾਏਗਾ। ਆਸ਼ਾ ਵਰਕਰ 21,418 ਆਸ਼ਾ ਵਰਕਰ ਹੈ, 42,205 ਮਿਡ ਡੇ ਵਰਕਰ ਹੈ। ਜਿਹੜੇ 21,000 ਆਸ਼ਾ ਵਰਕਰ ਹੈ ਉਹਨਾਂ ਨੂੰ ਸਿਰਫ ਕਮਿਸ਼ਨ ਮਿਲਦਾ ਸੀ, ਫਿਕਸ ਪੈਸਾ ਕੋਈ ਨਹੀਂ ਸੀ ਮਿਲਦਾ, ਬਹੁਤ ਘੱਟ ਪੈਸੇ ਉਹਨਾਂ ਦੇ ਬਣਦੇ ਸੀ। ਲੇਕਿਨ ਉਹ ਵਿਚਾਰੀਆਂ ਰੋਜ਼ ਜਾਂਦੀਆਂ, ਰੋਜ਼ ਕੰਮ ਕਰਦੀਆਂ, ਗੁਜ਼ਾਰੇ ਜੋਗੇ ਪੈਸੇ ਨਹੀਂ ਸੀ ਮਿਲਦੇ। ਐਸੀ ਕਮਿਸ਼ਨ ਦੇ ਨਾਲ ਨਾਲ ਆਪਣੇ ਸਰਕਾਰ ਵੱਲੋਂ 2500 ਰੁਪਇਆ ਉਹਨਾਂ ਨੂੰ ਵੱਖਰਾ ਦੇਣਾ ਦਾ ਤੈਅ ਕਰ ਦਿੱਤਾ ਹੈ। ਇਸ ਮਹੀਨੇ ਤੋਂ ਮਿਲਣ ਲੱਗ ਜਾਏਗਾ, ਕਾਨੂੰਨ ਬਣਾ ਦਿੱਤਾ ਹੈ। ਪੰਜਾਬ ਦੇ ਵਿੱਚ ਜਨਰਲ ਵਰਗ ਦੇ ਵੀ ਗਰੀਬ ਹੈ। ਗਰੀਬ ਹੈ, ਕਿਸੇ ਜਾਤ ਬਰਾਦਰੀ ਜਾਂ ਧਰਮ ਦਾ ਹੋਵੇ। ਇਸ ਕਰਕੇ ਅਸੀਂ ਪੰਜਾਬ ਰਾਜ ਜਨਰਲ ਵਰਗ ਕਮਿਸ਼ਨ ਦੀ ਸਥਾਪਨਾ ਕੀਤੀ ਹੈ, ਜਿਹੜੇ ਕਿ ਅਸੀਂ ਕੈਬਨਿਟ ਦੇ ਵਿੱਚ ਪਾਸ ਕਰਕੇ ਨੋਟੀਫਿਕੇਸ਼ਨ ਕਰ ਦਿੱਤੀ ਹੈ। ਇਸ ਦੇ ਅਹੁਦੇਦਾਰ ਚੇਅਰਮੈਨ ਵੀ ਲਗਾ ਦਿੱਤਾ ਹੈ, ਬਾਕੀ ਅਹੁਦੇਦਾਰ ਕੁਝ ਦਿਨਾਂ 'ਚ ਲੱਗ ਜਾਣਗੇ। ਸਰਕਾਰ ਵੱਲੋਂ ਮਲੇਰਕੋਟਲਾ ਵਿਖੇ ਹਜ ਹਾਊਸ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਹਦੇ ਵਾਸਤੇ ਜਗ੍ਹਾ ਦੀ ਸ਼ਨਾਖਤ ਹੋ ਗਈ ਹੈ। ਅਗਲਾ ਫੈਸਲਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਗ੍ਰਾਮ ਪੰਚਾਇਤਾਂ, ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਸੰਚਾਲਿਤ ਜਲ ਸਪਲਾਈ ਸਕੀਮਾਂ ਦੇ ਖਪਤਕਾਰਾਂ ਦੇ ਪਾਣੀ ਦੇ ਬਿੱਲਾਂ ਦੇ ਬਕਾਏ ਮਾਫ ਕੀਤੇ ਹਨ। ਪਿਛਲੀ ਵਾਰ ਜਦੋਂ ਅਸੀਂ ਫੈਸਲਾ ਕੀਤਾ ਤਾਂ ਅੱਗੇ ਨੂੰ 50 ਰੁਪਏ ਰੇਟ ਕਰਤਾ ਸੀ, ਟੈਂਕੀਆਂ ਦੇ ਬਿੱਲ ਮਾਫ ਕਰਤੇ ਸੀ, ਲੇਕਿਨ ਪਾਣੀ ਦੇ ਬਕਾਏ ਨਹੀਂ ਸੀ ਮਾਫ ਹੋਏ। ਸ਼ਹਿਰਾਂ ਤੇ ਪਿੰਡਾਂ ਦੇ ਉਹਨਾਂ ਦੀ ਅਸੀਂ ਨੋਟੀਫਿਕੇਸ਼ਨ ਕਰਤੀ ਹੈ ਕਿ ਪਾਣੀ ਦੇ ਪੁਰਾਣੇ ਬਕਾਏ, ਚਾਹੇ ਉਹ ਸੀਵਰੇਜ ਦੇ ਪੁਰਾਣੇ ਬਕਾਏ ਤੇ ਪਾਣੀ ਦੇ ਦੋਨਾਂ ਦੇ, ਇਹ ਅਸੀਂ ਟੋਟਲ ਮਾਫ ਕਰ ਦਿੱਤੇ ਹੈ। ਹੁਣ ਇਹ ਅੱਗੇ ਨੂੰ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਨੰਬਰਦਾਰਾਂ ਦਾ ਬੜਾ ਭਾਰੀ ਮਸਲਾ ਸੀ, ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਜੱਦੀ ਪੁਸ਼ਤੀ ਕੀਤਾ ਜਾਵੇ। ਅਸੀਂ ਉਸ ਦਾ ਹੱਲ ਕੱਢਿਆ। ਹਾਈ ਕੋਰਟ ਦੀ ਰੋਕ ਹੋਣ ਕਰਕੇ ਅਸੀਂ ਜੱਦੀ ਪੁਸ਼ਤੀ ਸਿੱਧਾ ਨਹੀਂ ਕਰ ਸਕੇ, ਲੇਕਿਨ ਉਹਨਾਂ ਨੂੰ ਅਸੀਂ ਅਲਾਓ ਕਰਤਾ ਹੈ ਕਿ ਸਰਬਰਾਹੀ ਆਪਣੇ ਬੇਟੇ ਨੂੰ 5 ਸਾਲ ਤੱਕ ਦੀ ਦੇ ਸਕਦੇ। ਉਹਦਾ ਐਕਸਪੀਰੀਅੰਸ ਬਣ ਜਾਏਗਾ 5 ਸਾਲ ਵਾਸਤੇ, ਆਪਣੇ ਜਿੰਦੇ ਜੀ ਆਪਣੇ ਮੁੰਡੇ ਨੂੰ ਉਹ ਨੰਬਰਦਾਰ ਬਣਾ ਸਕਦੇ। ਤੇ ਜਦੋਂ ਉਹਨਾਂ ਤੋਂ ਬਾਅਦ ਐਪਲੀਕੇਸ਼ਨਾਂ ਲਈਆਂ ਜਾਣਗੀਆਂ ਤਾਂ ਐਕਸਪੀਰੀਅੰਸ ਨੂੰ ਤਰਜੀਹ ਦਿੱਤੀ ਜਾਏਗੀ। ਜਿਹੜਾ ਉਹ 5 ਸਾਲ ਤੱਕ ਦਾ ਐਕਸਪੀਰੀਅੰਸ ਹੋ ਜਾਏਗਾ ਉਹਦੇ ਕਰਕੇ ਫਿਰ ਉਹੀ ਬਣੇਗਾ। ਇਸ ਕਰਕੇ ਲੈ ਲੈ ਨੰਬਰਦਾਰੀ ਆਪਾਂ ਕਿਆ ਕਿਆ ਕਰਾਂਗੇ ਤੁਹਾਨੂੰ ਪਤਾ ਹੈ, ਲੇਕਿਨ ਨੰਬਰਦਾਰੀ ਨੰਬਰਦਾਰਾਂ ਦੇ ਘਰ ਰਹੇਗੀ। ਅਸੀਂ ਇਹ ਕਰ ਦਿੱਤਾ ਹੈ। ਰਾਜਾ ਸੰਸੀ ਅੰਮ੍ਰਿਤਸਰ ਨੂੰ ਸਬ ਤਹਿਸੀਲ ਬਣਾ ਦਿੱਤਾ ਹੈ। ਕੜੂਆ ਮੋਹਾਲੀ ਦੇ ਵਿੱਚ ਮੇਰੇ ਹਲਕੇ ਦਾ ਪਿੰਡ ਹੈ, ਉਹਨੂੰ ਅਸੀਂ ਸਬ ਤਹਿਸੀਲ ਬਣਾਇਆ ਹੈ। ਨੋਟੀਫਿਕੇਸ਼ਨਾਂ ਕਰ ਦਿੱਤੀਆਂ, ਇਹ ਲਾਗੂ ਹੈ ਸਾਰਾ ਕੁਝ। ਤੁਹਾਨੂੰ ਮੈਂ ਇੱਕ ਕਾਪੀ ਦੇ ਦਿੱਤੀ ਹੈ। 100 ਦਿਨ 100 ਵੱਡੇ ਫੈਸਲੇ, 100 ਮਸਲਿਆਂ ਦਾ ਹੱਲ, ਉਹ ਤੁਹਾਨੂੰ ਨਾਲ ਨਾਲ ਇਹ ਪੂਰੀ ਕਿਤਾਬ ਬਣਾ ਕੇ ਦਿੱਤੀ ਹੈ। ਇਹਦੇ 'ਚ ਨੋਟੀਫਿਕੇਸ਼ਨ ਵੀ ਲੱਗੀ ਵੀ ਹੈ ਲਾਗੂ ਕਰਨ ਦੀ, ਤੇ ਨਾਲ ਫੈਸਲਾ ਵੀ ਲਿਖਿਆ ਹੋਇਆ ਹੈ। ਜੇ ਕਿਸੇ ਨੂੰ ਵਹਿਮ ਹੈ, ਉਹ ਜਿਹੜੇ ਕਿ ਦੂਸਰੀ ਪਾਰਟੀ ਵਾਲਿਆਂ ਨੂੰ ਹੋ ਸਕਦਾ ਹੈ, ਆਮ ਤੌਰ ਤੇ ਦਿੱਲੀ ਕੱਲੀ ਤੇ ਕਾਲ ਆ ਸਕਦੀ ਹੈ, ਤਾਂ ਤੁਸੀਂ ਉਹਨਾਂ ਨੂੰ ਚੈੱਕ ਕਰਾ ਸਕਦੇ ਹੋ। ਦੋਰਾਗੜਾ ਗੁਰਦਾਸਪੁਰ ਨੂੰ ਸਬ ਤਹਿਸੀਲ ਬਣਾਇਆ ਜੀ। ਔੜ SBS ਨਗਰ ਨੂੰ ਸਬ ਤਹਿਸੀਲ ਬਣਾਤਾ ਹੈ। कोविड-19 ਮਹਾਮਾਰੀ ਦੌਰਾਨ ਕੰਟਰੈਕਟ ਕੈਰੇਜ ਵਾਹਨਾਂ, ਧਾਰਮਿਕ ਸੰਸਥਾਵਾਂ ਦੇ ਵਾਹਨਾਂ, ਜਿੰਨੀਆਂ ਧਾਰਮਿਕ ਸੰਸਥਾਵਾਂ ਦੀਆਂ ਗੱਡੀਆਂ ਤੇ ਕੰਟਰੈਕਟ ਕੈਰੇਜ ਵਾਲੀਆਂ ਗੱਡੀਆਂ ਅਤੇ 35 ਸੀਟਰ ਤੱਕ ਦੀਆਂ ਸਟੇਜ ਕੈਰੀਅਰ ਬੱਸਾਂ ਦੇ ਮੋਟਰ ਵਾਹਨਾਂ ਦਾ ਟੈਕਸ ਤੋਂ ਛੂਟ ਦਿੱਤੀ ਗਈ ਹੈ। ਜਿੰਨੀ ਦੇਰ ਕੋਵਿਡ ਦੇ ਵਿੱਚ ਉਹ ਚੱਲੀਆਂ, ਉਹਨਾਂ ਦੇ ਪੁਰਾਣੇ ਟੈਕਸ ਦੇ ਬਕਾਏ ਆ ਜਿਹੜੇ ਉਹ ਮਾਫ ਕੀਤੇ ਗਏ ਆ। ਸਟੇਟ ਕੈਰੇਜ ਬੱਸਾਂ, ਵਿਦਿਅਕ ਅਦਾਰਿਆਂ ਦੀਆਂ ਬੱਸਾਂ ਅਤੇ ਧਾਰਮਿਕ ਸੰਸਥਾਵਾਂ ਦੀਆਂ ਬੱਸਾਂ ਤੇ ਮੋਟਰ ਵਹੀਕਲ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਹ ਵੀ ਅਸੀਂ ਨੋਟੀਫਿਕੇਸ਼ਨ ਕਰਤਾ, ਉਹਨਾਂ ਦੇ ਪੁਰਾਣੇ ਟੈਕਸ ਕੋਵਿਡ ਦੇ ਦੌਰਾਨ ਦੇ ਮਾਫ ਕੀਤੇ ਹੈ। ਰਾਜ ਦੇ ਸਾਰੇ ਕਾਲਜ ਵਿਦਿਆਰਥੀਆਂ ਨੂੰ ਮੁਫਤ ਬੱਸ, ਇਹ ਬੜਾ ਜ਼ਰੂਰੀ ਸੀ। ਜਦ ਮੈਂ ਕਾਲਜ ਦੇ ਵਿੱਚ ਪੜ੍ਹਿਆ ਤਾਂ ਸਾਨੂੰ ਪਾਸ ਮਿਲਦੇ ਸੀ, ਥੋੜੇ ਜਿਹੇ ਪੈਸੇ ਦੇ ਕੇ ਪਾਸ ਬਣ ਜਾਂਦਾ ਸੀ, ਬੱਸ ਦਾ ਕਿਰਾਇਆ ਨਹੀਂ ਸੀ ਲੱਗਦਾ, ਸਾਡਾ ਗੁਜ਼ਾਰਾ ਹੋ ਜਾਂਦਾ ਸੀ ਆਉਣ ਜਾਣ ਦਾ। ਹੁਣ ਉਹ ਨਹੀਂ ਹੈ ਸੀ।
ਖਾਸ ਤੌਰ ਤੇ ਪ੍ਰਾਈਵੇਟ ਕਾਲਜਾਂ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਸੀ ਆਉਣ ਜਾਣ ਦੀ। ਉਹਨਾਂ ਨੂੰ ਬੱਸ ਪਾਸ ਨਹੀਂ ਸੀ ਹੁਣ ਜਾਰੀ ਹੁੰਦੇ, ਉਹਨਾਂ ਦਾ ਕਾਫੀ ਕਿਰਾਇਆ ਲੱਗ ਜਾਂਦਾ ਸੀ, ਬੱਸਾਂ ਮਹਿੰਗੀਆਂ ਹੋ ਗਈਆਂ। ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੰਨਾ ਵੀ ਸਟੂਡੈਂਟ ਹੈ ਕਾਲਜ ਦਾ, ਯੂਨੀਵਰਸਿਟੀ ਦਾ, ਚਾਹੇ ਉਹ ਪ੍ਰਾਈਵੇਟ ਕਾਲਜ ਹੈ, ਚਾਹੇ ਪ੍ਰਾਈਵੇਟ ਯੂਨੀਵਰਸਿਟੀ ਹੈ, ਚਾਹੇ ਸਰਕਾਰੀ ਕਾਲਜ ਹੈ, ਚਾਹੇ ਸਰਕਾਰੀ ਯੂਨੀਵਰਸਿਟੀ ਹੈ, ਉਹਨਾਂ ਦੇ ਅਸੀਂ ਬੱਸਾਂ ਦੇ ਵਿੱਚ ਫ੍ਰੀ ਆਉਣ ਜਾਣ ਕਾਲਜ ਤੋਂ ਘਰ ਤੱਕ ਦਾ ਪ੍ਰਦਾਨ ਕਰ ਦਿੱਤਾ ਹੈ। ਉਹਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ। ਲੇਕਿਨ ਇਹ ਫੈਸਲਾ ਅੱਜ ਤੋਂ ਹੀ ਲਾਗੂ ਕਰ ਦਿੱਤਾ ਹੈ। ਫਿਲਹਾਲ ਉਹ ਆਪਣਾ ਆਇਡੈਂਟੀ ਕਾਰਡ ਦਿਖਾ ਕੇ ਆਉਣ ਜਾਣ ਕਰ ਸਕਦੇ ਹੈ। 31 ਮਾਰਚ ਤੱਕ ਜ਼ਰੂਰੀ ਹੋਏਗਾ ਕਿ ਉਹ ਆਪਣਾ ਬੱਸ ਪਾਸ ਬਣਾ ਲੈਣ। 3 ਮਹੀਨੇ ਬੱਸ ਪਾਸ ਬਣਾਉਣ ਨੂੰ ਦਿੱਤੇ ਹੈ ਤੇ ਉਦੋਂ ਤੱਕ ਉਹਨਾਂ ਦਾ ਆਉਣ ਜਾਣ ਫ੍ਰੀ। ਅਸੀਂ ਹੁਣ ਆਇਡੈਂਟੀ ਕਾਰਡ ਤੇ ਕਰਤਾ, ਆਪਣੀ ਯੂਨੀਵਰਸਿਟੀ ਦਾ ਆਇਡੈਂਟੀ ਕਾਰਡ ਦਿਖਾਓ, ਕਿਉਂਕਿ ਇੱਕਦਮ ਬਣਨੇ ਨਹੀਂ ਪਾਸ, ਕੋਡ ਲੱਗ ਜਾਣਾ ਹੈ। ਫਿਰ ਕਹਿਣਾ, ਕਈਆਂ ਨੇ ਕਹਿ ਦੇਣਾ ਜੀ ਇਹ ਤਾਂ ਉਈਓ ਐਲਾਨ ਨੇ ਕੀਤਾ ਸੀ। ਇਸ ਕਰਕੇ ਅਸੀਂ ਨੋਟੀਫਿਕੇਸ਼ਨ 'ਚ ਇਹ ਲਿਖ ਰਹੇ ਹਾਂ ਕਿ ਉਹ ਬੱਸ ਦੇ ਵਿੱਚ ਜਾ ਸਕਦੇ ਆਇਡੈਂਟੀ ਕਾਰਡ ਦਿਖਾ ਕੇ। ਮਿਊਨਿਸਪਲ ਸੀਮਾਵਾਂ ਤੋਂ ਬਾਹਰ ਬਣੀਆਂ ਇਕੱਲੀਆਂ ਇਮਾਰਤਾਂ ਨੂੰ ਜਿਉਂ ਦਾ ਤਿਉਂ ਨਿਯਮਿਤ ਕੀਤਾ ਹੈ। ਜਿਹੜੀਆਂ ਬਾਹਰ ਬਿਲਡਿੰਗਾਂ ਬਣ ਗਈਆਂ ਉਹਨਾਂ ਨੂੰ ਅਸੀਂ ਰਿਕੋਗਨਾਈਜ਼ ਕਰ ਰਹੇ ਹਾਂ। ਪੰਜਾਬ ਵਿੱਚ EWS ਹਾਊਸਿੰਗ ਸਕੀਮ 2021 ਦੇ ਤਹਿਤ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ 25,000 ਮਕਾਨ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਗਰੀਬ ਆਦਮੀ ਮਕਾਨ ਨਹੀਂ ਖਰੀਦ ਸਕਦਾ। ਇਸ ਕਰਕੇ ਅਸੀਂ 25,000 ਫਲੈਟ ਪੰਜਾਬ ਸਰਕਾਰ ਵੱਲੋਂ ਬਣਾ ਕੇ ਦੇ ਰਹੇ, ਬਹੁਤ ਹੀ ਨੋਮੀਨਲ ਰੇਟਾਂ ਤੇ। ਸਿਰਫ 4,000 ਰੁਪਇਆ ਉਹਨਾਂ ਦੀ ਕਿਸ਼ਤ ਹੋਏਗੀ ਤੇ ਉਹਨੂੰ ਜਿਹੜੇ ਘੱਟ ਆਮਦਨ ਵਾਲੇ ਲੋਕ ਹੈ ਉਹਨਾਂ ਨੂੰ 25,000 ਮਕਾਨ ਅਸੀਂ ਦੇ ਰਹੇ। ਜਗ੍ਹਾ ਦੀ ਸ਼ਨਾਖਤ ਹੋ ਗਈ ਹੈ, ਟੈਂਡਰ ਲੱਗ ਗਏ ਹੈ ਤੇ ਅਸੀਂ ਹੁਣ ਉਹਨਾਂ ਤੋਂ ਐਪਲੀਕੇਸ਼ਨਾਂ ਲੈ ਕੇ ਲਾਟਰੀ ਸਿਸਟਮ ਦੇ ਨਾਲ ਮਕਾਨ ਜਾਰੀ ਕਰਾਂਗੇ। ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਤਹਿਤ ਅਪਰਾਧਾਂ ਨੂੰ ਕੰਪਾਊਂਡ ਕਰਨ ਲਈ ਧਾਰਾ 38 ਅਧੀਨ ਸ਼ਰਤਾਂ ਅਤੇ ਪਾਬੰਦੀਆਂ ਨੂੰ ਦਰਸਾਉਂਦੇ ਨਿਯਮ ਸ਼ਾਮਲ ਕੀਤੇ ਹੈ। ਇਹ ਜਿਹੜਾ ਸਾਡਾ ਪੁੱਡਾ ਹੈ ਉਹਦੇ ਵਿੱਚ ਰਿਲੈਕਸੇਸ਼ਨਾਂ ਦਿੱਤੀਆਂ ਗਈਆਂ ਤੇ ਰਾਜ ਵਿੱਚ ਡਿਵੈਲਪਰਾਂ ਨੂੰ ਵਿਆਜ ਵਿੱਚ ਰਾਹਤ 10% ਤੋਂ ਸਧਾਰਨ ਵਿਆਜ ਦਰ ਅਤੇ 3% ਵਾਧੂ ਜੁਰਮਾਨਾ ਵਿਆਜ ਦਰ ਘਟਾ ਕੇ 8.5% ਕਰ ਦਿੱਤੀ ਗਈ ਹੈ। ਇਹ ਵੀ ਪੁੱਡਾ ਨਾਲ ਰਿਲੇਟਡ ਹੈ। ਜਿਹੜੇ ਉਹਨਾਂ ਦੇ ਵਿਆਜ ਦਿੰਦੇ ਸੀ ਉਹ ਅਸੀਂ ਵਿਆਜ ਘੱਟ ਕੀਤੇ ਹੈ। ਰਾਜ ਵਿੱਚ ਡਿਵੈਲਪਰਾਂ ਨੂੰ ਵਿਆਜ ਵਿੱਚ ਰਾਹਤ ਨਵੇਂ ਪ੍ਰੋਜੈਕਟਾਂ ਲਈ ਵਿਆਜ ਦਰ 10% ਤੋਂ ਘਟਾ ਕੇ 7.5% ਕਰ ਦਿੱਤੀ ਹੈ। ਇਹ ਵੀ ਪੁੱਡਾ ਦਾ ਹੈ। ਅਰਬਨ ਸਟੇਟ ਫੇਜ਼ 2 ਅਤੇ 3 ਬਠਿੰਡਾ ਵਿਖੇ BDA ਜ਼ਮੀਨ ਦੇ ਮੌਜੂਦਾ ਕਬਜ਼ਕਾਰਾਂ ਨੂੰ ਜਿਉਂ ਦਾ ਤਿਉਂ ਦੇ ਆਧਾਰ ਤੇ ਐਡਜਸਟ ਕੀਤਾ ਜਾ ਰਿਹਾ ਹੈ। ਇਹ ਵੀ ਪੁੱਡਾ ਵੱਲੋਂ ਅਸੀਂ ਕਰ ਰਹੇ ਹਾਂ। ਸਾਰਾਗੜ੍ਹੀ ਦੇ ਬਹਾਦਰ ਸ਼ਹੀਦ ਹਵਾਲਦਾਰ ਸਰਦਾਰ ਈਸ਼ਰ ਸਿੰਘ ਦੇ ਨਾਮ ਤੇ ਪਿੰਡ ਝੋਰੜਾ ਲੁਧਿਆਣਾ ਵਿਖੇ ਨਵੇਂ ਹਸਪਤਾਲ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹਦੀ ਨੋਟੀਫਿਕੇਸ਼ਨ ਕਰ ਦਿੱਤੀ ਹੈ, ਜਗ੍ਹਾ ਦੀ ਸ਼ਨਾਖਤ ਹੋ ਗਈ ਹੈ। ਜਨਤਕ ਸਿਹਤ ਸੇਵਾਵਾਂ ਲਈ ਪੰਜਾਬ ਦੇ 13 ਕਮਿਊਨਿਟੀ ਹੈਲਥ ਸੈਂਟਰਾਂ ਨੂੰ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਹਨਾਂ ਦੇ 13 ਦੇ ਇਹਦੇ ਵਿੱਚ ਅਸੀਂ ਨਾਮ ਦੇ ਦਿੱਤੇ ਹੈ। 13 ਹਸਪਤਾਲ ਅਪਗ੍ਰੇਡ ਕਰ ਦਿੱਤੇ ਹੈ। ਜਨਤਕ ਸਿਹਤ ਸੇਵਾਵਾਂ ਲਈ ਪੰਜਾਬ ਦੇ 9 PHC ਨੂੰ ਕਮਿਊਨਿਟੀ ਸੈਂਟਰ ਹੈਲਥ ਸੈਂਟਰ, ਡਿਸਪੈਂਸਰੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ 9 ਨੂੰ ਬਣਾਇਆ ਗਿਆ ਹੈ ਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਸਬ ਡਿਵੀਜ਼ਨ ਜਿਹੜੇ ਹਸਪਤਾਲ ਹੈ ਉਹ ਅਸੀਂ ਅਪਗ੍ਰੇਡ ਕੀਤੇ ਹੈ। ਜਿਵੇਂ ਮੇਰੇ ਚਮਕੌਰ ਸਾਹਿਬ ਹੈ, ਉੱਥੇ ਅਸੀਂ 9 ਕਰੋੜ ਰੁਪਇਆ ਲਾ ਕੇ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ। ਇਸੇ ਤਰ੍ਹਾਂ 13 ਕੀਤੇ ਹੈ ਤੇ 9 CHC ਨੂੰ ਕੀਤਾ ਹੈ। ਜਨਤਕ ਸਿਹਤ ਸੇਵਾਵਾਂ ਲਈ 7 ਪੇਂਡੂ ਹਸਪਤਾਲਾਂ ਨੂੰ, ਜਿਹੜੇ ਛੋਟੇ ਹਸਪਤਾਲ ਹੈ ਉਹਨਾਂ ਨੂੰ PHC ਬਣਾਇਆ, ਉਹ 7 ਹੈ। ਇਸੇ ਤਰ੍ਹਾਂ ਜਨਤਕ ਇਹ ਜਿਹੜੀਆਂ ਅਸੀਂ ਅਪਗ੍ਰੇਡ ਕੀਤੇ ਹੈ, ਇਹਨਾਂ ਵਾਸਤੇ ਅਸੀਂ 775 ਮੈਡੀਕਲ ਅਫਸਰਾਂ ਦੀਆਂ ਨਵੀਆਂ ਪੋਸਟਾਂ ਵੀ ਕ੍ਰੀਏਟ ਕਰ ਦਿੱਤੀਆਂ, ਤਾਂ ਕਿ ਇਹ ਨਾ ਹੋਵੇ ਕਿ ਹਸਪਤਾਲ ਬੜਾ ਕਰ ਦਈਏ ਤਾਂ ਡਾਕਟਰ ਹੋਵੇ ਨਾ, ਨਰਸਾਂ ਹੋਵੇ ਨਾ। 775 ਪੋਸਟਾਂ ਵੀ ਅਸੀਂ ਕ੍ਰੀਏਟ ਕਰ ਦਿੱਤੀਆਂ, ਉਹਦਾ ਵੀ ਨੋਟੀਫਿਕੇਸ਼ਨ ਨਾਲ ਲਾਇਆ ਹੋਇਆ। ਇੱਕ ਮੇਰਾ ਡ੍ਰੀਮ ਪ੍ਰੋਜੈਕਟ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਸੀ 2006 ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਥੀਮ ਪਾਰਕ।
ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਉੱਥੇ ਪੂਰੇ ਸਿੱਖ ਇਤਿਹਾਸ ਨੂੰ ਫਿਲਮਾਇਆ। ਮੈਂ ਆਪ ਸਾਰੇ ਪੱਤਰਕਾਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਦੇਖ ਕੇ ਆਓ। ਬਹੁਤ ਹੀ ਵਧੀਆ ਦੇਖਣ ਵਾਲੀ ਚੀਜ਼ ਬਣਾਈ ਹੈ। ਤੁਸੀਂ ਇਹ ਸਮਝੋ ਇੱਕ ਨਵਾਂ ਅਜੂਬਾ ਪੰਜਾਬ ਦੇ ਵਿੱਚ ਬਣਿਆ। ਪੂਰੇ ਸਿੱਖ ਇਤਿਹਾਸ ਨੂੰ ਅਸੀਂ ਉੱਥੇ ਫਿਲਮਾਇਆ ਹੈ। ਉਹਦੇ ਵਿੱਚ 11 ਗੈਲਰੀਆਂ ਬਣਾਈਆਂ ਗਈਆਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਉਸ ਤੋਂ ਬਾਅਦ ਬੰਦਾ ਬਹਾਦਰ ਜੀ ਦੇ ਸਰਹੰਦ ਨੂੰ ਫਤਿਹ ਕਰਨ ਤੱਕ ਦੀ ਜਿਹੜੀ ਹਿਸਟਰੀ ਹੈ, ਸਿੱਖ ਇਤਿਹਾਸ ਹੈ, ਉਸ ਨੂੰ ਉੱਥੇ ਫਿਲਮਾਇਆ ਗਿਆ ਹੈ। ਮੈਂ ਪੰਜਾਬੀ ਅੱਜ ਉੱਥੇ ਬਹੁਤ ਜ਼ਿਆਦਾ ਰਸ਼ ਹੈ, ਹਰ ਕੋਈ ਦੇਖਣ ਆ ਰਿਹਾ, ਲੇਕਿਨ ਇੱਕ ਦਿਨ ਦੇ ਵਿੱਚ 11 ਗੈਲਰੀਆਂ ਹੈ। ਉਹਦੇ 'ਚ ਇੱਕ ਗੈਲਰੀ 'ਚ ਇੱਕ ਵਾਰ 40 ਬੰਦੇ ਹੀ ਬੈਠ ਸਕਦੇ ਹੈ ਤੇ 440 ਇੱਕ ਵਾਰ ਨਿਕਲਦੇ ਹੈ। 2 ਘੰਟੇ ਦਾ ਸ਼ੋਅ ਹੈ। ਇਸ ਤਰ੍ਹਾਂ ਅਸੀਂ 7 ਸ਼ੋਅ ਰੋਜ਼ ਚਲਾਉਂਦੇ। ਸੋ ਲਗਭਗ 50,000 ਬੰਦਾ ਥੋੜੇ ਦਿਨਾਂ 'ਚ ਉਹਨੂੰ ਦੇਖ ਚੁੱਕਿਆ ਹੈ। ਇਹ ਇੱਕ ਬਹੁਤ ਬੜੀ ਤੇ ਅਹਿਮ ਸੌਗਾਤ ਅਸੀਂ ਪੰਜਾਬੀਆਂ ਨੂੰ, ਦੇਸ਼ ਨੂੰ, ਦੁਨੀਆ ਨੂੰ ਤੇ ਸਿੱਖ ਕੌਮ ਨੂੰ ਦਿੱਤੀ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਸਾਰੇ ਜਾਣੇ ਇਸ ਨੂੰ ਦੇਖ ਕੇ ਆਓ। ਇਹਦਾ ਨਾਮ ਰੱਖਿਆ ਅਸੀਂ ਦਾਸਤਾਨ-ਏ ਸ਼ਹਾਦਤ। ਇਹਦੇ ਅਸੀਂ ਸਟਾਫ ਵੀ ਭਰਤੀ ਕਰਨ ਵਾਸਤੇ ਰੱਖ ਲਿਆ ਹੈ। ਪੰਜਾਬ ਵਿੱਚ ਫਿਲਮ ਅਤੇ ਸੰਗੀਤ ਉਦਯੋਗ ਨੂੰ ਹੁਲਾਰਾ ਦੇਣ ਲਈ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਵਿਕਾਸ ਕੌਂਸਲ ਦੀ ਸਥਾਪਨਾ ਕੀਤੀ ਹੈ। ਪੰਜਾਬੀ ਮਿਊਜ਼ਿਕ ਦੁਨੀਆ ਦੇ ਵਿੱਚ ਅੱਜ ਸਭ ਤੋਂ ਮਸ਼ਹੂਰ ਮਿਊਜ਼ਿਕ ਹੈ। ਬਾਲੀਵੁੱਡ ਦੀਆਂ ਫਿਲਮਾਂ ਵੀ ਪੰਜਾਬੀ ਮਿਊਜ਼ਿਕ ਤੋਂ ਬਿਨਾਂ ਨਹੀਂ ਚੱਲਦੀਆਂ। ਪੰਜਾਬੀ ਫਿਲਮਾਂ ਨੇ ਬਹੁਤ ਨਾਮਣਾ ਖੱਟਿਆ ਹੈ ਤੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਮਿਊਜ਼ਿਕ ਨੇ ਵੀ ਕੀਤੀ ਹੈ। ਇਸ ਲਈ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਵਿਕਾਸ ਕੌਂਸਲ ਬਣਾਈ ਹੈ। ਇਹਦੀ ਸਥਾਪਨਾ ਹੋ ਗਈ ਹੈ। ਇਹਦੇ ਅਹੁਦੇਦਾਰ ਅਸੀਂ 1-2 ਦਿਨਾਂ 'ਚ ਲਾ ਲਾਂਗੇ। ਜਿਸ ਤਰੀਕੇ ਦੇ ਨਾਲ ਭਗਵਦ ਗੀਤਾ ਤੇ ਰਮਾਇਣ ਤੇ ਅਧਿਐਨ ਸੈਂਟਰ ਬਣਾਇਆ ਗਿਆ, ਉਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਕਮੇਟੀ ਬਣਾ ਕੇ ਡੇਰਾ ਸੱਚ ਬੱਲਾ ਵਿਖੇ, ਜਲੰਧਰ ਵਿਖੇ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਐਨ ਸੈਂਟਰ ਅਸੀਂ ਬਣਾ ਰਹੇ ਹਾਂ। ਉਹਦੀ ਕਮੇਟੀ ਬਣਾ ਦਿੱਤੀ ਹੈ। ਜ਼ਮੀਨ ਲੈਣ ਲਈ ਉਹਨਾਂ ਨੂੰ ਅਸੀਂ 25 ਕਰੋੜ ਰੁਪਇਆ ਦੇ ਦਿੱਤਾ ਹੈ। ਇਸੇ ਤਰ੍ਹਾਂ ਵਾਲਮੀਕ ਜੀ ਦਾ ਪਨੋਰਮਾ ਵਾਲਮੀਕ ਸਥਲ ਅੰਮ੍ਰਿਤਸਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਸਾਲ 22-23 ਲਈ ਅਨਾਜ ਦੀ ਢੋ ਢੁਆਈ ਲਈ ਸੋਧੀ ਪਾਲਿਸੀ ਨੂੰ ਲਾਗੂ ਕਰ ਦਿੱਤਾ ਹੈ। ਕੰਟਰੈਕਟ ਤੇ ਕੰਮ ਕਰ ਰਹੇ ਸਫਾਈ ਸੇਵਕਾਂ ਦੀ ਬਹੁਤ ਡਿਮਾਂਡ ਸੀ, ਸੀਵਰਮੈਨਾਂ ਦੀ ਬਹੁਤ ਡਿਮਾਂਡ ਸੀ ਤੇ ਜਿਹੜੇ ਟਰਾਲੀ ਚਲਾਉਂਦੇ ਗੰਦਗੀ ਢੋਣ ਵਾਲੇ ਡਰਾਈਵਰ, ਉਹਨਾਂ ਦੀ ਬੜੀ ਡਿਮਾਂਡ ਸੀ ਕਿ ਸਾਨੂੰ ਪੱਕਾ ਕਰੋ। ਅਸੀਂ ਨੋਟੀਫਿਕੇਸ਼ਨ ਕਰ ਦਿੱਤਾ ਹੈ। ਮਿਊਨਿਸਪਲ ਕਮੇਟੀਆਂ ਦੇ ਮਤੇ ਆ ਗਏ ਹੈ। ਲੁਧਿਆਣੇ ਦੇ ਵਿੱਚ 2400 ਬੰਦਾ ਪੱਕਾ ਹੋਇਆ ਹੈ ਤੇ ਹਰ ਸ਼ਹਿਰ ਦੇ ਜਿਹੜੇ ਸੀਵਰਮੈਨ ਤੇ ਸਫਾਈ ਕਰਮਚਾਰੀ ਹੈ ਉਹਨਾਂ ਨੂੰ ਅਸੀਂ ਪੱਕਾ ਕਰ ਰਹੇ ਹਾਂ। ਬਹੁਤ ਹੀ ਜ਼ਿਆਦਾ ਹੋ ਚੁੱਕੇ ਹੈ। ਡਾਇਰੈਕਟੋਰੇਟ ਆਫ ਇੰਡਸਟਰੀ ਤੋਂ ਪ੍ਰਾਪਤ ਹੋਏ ਪਲਾਟਾਂ ਦੇ ਡਿਫਾਲਟਰਾਂ ਲਈ ਇੱਕ ਮੁਕਤ ਸਮਝੌਤਾ ਸਕੀਮ ਅਸੀਂ ਲਾਗੂ ਕੀਤੀ ਹੈ। ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਅਧੀਨ ਫੋਕਲ ਪੁਆਇੰਟਾਂ ਵਿੱਚ ਡਿਫਾਲਟਰ ਪਲਾਟਾਂ ਲਈ ਇਹ ਇੱਕ ਮੁਕਤ ਸਮਝੌਤਾ ਸਕੀਮ ਲਾਗੂ ਕੀਤੀ ਹੈ। ਸਰਕਾਰੀ ਏਡਡ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਅਤੇ ਨਾਨ ਟੀਚਿੰਗ ਸਟਾਫ ਦੀਆਂ 1925 ਅਸਾਮੀਆਂ ਰੈਗੂਲਰ ਕੀਤੀਆਂ। ਇਹਦਾ ਕਾਰਨ ਇਹ ਹੈ ਕਿ ਮੈਂ ਵੀ ਏਡਡ ਸਕੂਲ ਦੇ ਵਿੱਚ ਪੜ੍ਹਿਆ, ਖਾਲਸਾ ਸਕੂਲ ਖਰੜ। ਕਿਤੇ ਐ ਨਾ ਉਹ ਕਹਿ ਦੇਣ ਯਾਰ ਇਹ ਹੁਣ ਇੱਥੇ ਵੀ ਪੜ੍ਹਿਆ ਇਹ ਵੀ ਹੋ ਜਾਏਗਾ। ਲੇਕਿਨ ਮੈਂ ਖਾਲਸਾ ਸਕੂਲ ਖਰੜ ਦੇ ਵਿੱਚ 6ਵੀਂ ਤੋਂ 11ਵੀਂ ਤੱਕ ਪੜ੍ਹਿਆ। ਏਡਡ ਸਕੂਲ ਮਰ ਰਹੇ ਸੀ, ਇਹਨਾਂ ਦੇ ਟੀਚਰਾਂ ਦੀਆਂ ਪੋਸਟਾਂ ਖਤਮ। ਇਹ ਸੀ ਵੀ ਜਿਹੜਾ ਰਿਟਾਇਰ ਹੋ ਗਿਆ, ਗਈ ਪੋਸਟ ਵੀ ਨਾਲੇ ਗਈ। ਇਹ ਅਸੀਂ ਰਿਵਾਈਵ ਕਰਤਾ ਹੈ ਸਾਰਾ ਕੁਝ। ਇਹਨਾਂ ਨੂੰ ਮੁੜ ਤੋਂ ਸੁਰਜੀਤ ਕਰ ਦਿੱਤਾ ਹੈ। ਜਿਹੜੇ ਏਡਡ ਸਕੂਲ ਹੈ, ਸਰਹਾਲਾ, ਰਣੂਆ, ਬੰਗਾ ਵਿਖੇ ਸਰਕਾਰੀ ਕਾਲਜ ਖੋਲ੍ਹਿਆ ਗਿਆ ਹੈ। ਆਦਮਪੁਰ, ਜਲੰਧਰ ਵਿਖੇ ਸ਼੍ਰੀ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਬੀਐਸਪੀ ਪਾਰਟੀ ਬਣਾਈ, ਉਹਨਾਂ ਦੇ ਨਾਮ ਤੇ ਅਸੀਂ ਸਰਕਾਰੀ ਕਾਲਜ ਖੋਲ ਰਹੇ ਹਾਂ। ਜਗ੍ਹਾ ਦੀ ਸ਼ਨਾਖਤ ਹੋ ਗਈ ਹੈ। ਸਰਕਾਰ ਨੇ ਫੈਸਲਾ ਲੈ ਲਿਆ ਹੈ। ਪੈਸੇ ਵੱਖਰੇ ਅਲਾਟ ਕਰ ਦਿੱਤੇ ਗਏ ਹੈ।
ਸ਼੍ਰੀ ਕਾਂਸ਼ੀ ਰਾਮ ਸਰਕਾਰੀ ਕਾਲਜ ਆਦਮਪੁਰ। ਸਾਰੇ ਪ੍ਰਾਈਵੇਟ ਏਡਡ ਸਕੂਲਾਂ ਅਤੇ ਕਾਲਜਾਂ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਹੈ। ਲਖਮੀਪੁਰ ਖੀਰੀ ਦੇ ਮੰਦਭਾਗੀ ਘਟਨਾ ਵਿੱਚ ਮਾਰੇ ਗਏ 4 ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ 50-50 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। 3 ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਹੀਦ ਹੋਏ ਬਹਾਦਰ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਕਿਸਾਨ ਸਮਾਰਕ ਬਣਾਉਣ ਦਾ ਫੈਸਲਾ ਕੀਤਾ ਹੈ। ਕਿਸਾਨ ਯੂਨੀਅਨ ਆਈਆਂ ਸੀ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਤੁਸੀਂ ਦੱਸ ਦਿਓ ਕਿੱਥੇ ਬਣਾਉਣੀਆਂ, ਲੇਕਿਨ ਅਸੀਂ ਗਿੱਦੜਬਾਹੇ 'ਚ 5 ਏਕੜ ਜਗ੍ਹਾ ਦੇਖ ਲਈ ਹੈ। ਕਿਸਾਨਾਂ ਜਿਹੜੇ ਉੱਥੇ ਸ਼ਹੀਦ ਹੋਏ ਹੈ ਤੇ ਜਿਹੜਾ ਇਹ ਸੰਘਰਸ਼ ਚੱਲਿਆ, ਇਸ ਨੂੰ ਪੂਰੇ ਤਰ੍ਹਾਂ ਉਹਦੇ ਵਿੱਚ ਫਿਲਮਾਇਆ ਵੀ ਜਾਏਗਾ, ਇੱਕ ਸਦੀਵੀ ਯਾਦਗਾਰ ਇਸ ਦੀ ਬਣਾਈ ਜਾਏਗੀ। ਤੇ ਆਖਿਰ 'ਚ ਮੈਂ ਦੱਸਣਾ ਚਾਹੁੰਦਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਅਸੀਂ ਅੰਤਿਮ ਪੜਾਅ ਤੱਕ ਲਿਜਾਣਾ ਤੇ ਦੋਸ਼ੀਆਂ ਵਿਰੁੱਧ FIR ਕਰ ਦਿੱਤੀ ਗਈ ਹੈ ਤੇ ਨਸ਼ਿਆਂ ਦੀ ਲੜਾਈ ਦੇ ਵਿੱਚ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੇਗੀ। ਜਿਹੜੇ ਲੋਕ ਜਿਨ੍ਹਾਂ ਨੂੰ ਬੜੀਆਂ ਮੱਛੀਆਂ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਗਾਲੀਆਂ, ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ, ਉਹਨਾਂ ਨੂੰ ਅਸੀਂ ਕਾਨੂੰਨ ਦੇ ਸਕੰਜੇ 'ਚੋਂ ਭੱਜਣ ਨਹੀਂ ਦੇਵਾਂਗੇ ਤੇ ਕਾਨੂੰਨ ਆਪਣਾ ਕੰਮ ਕਰੇਗਾ। ਕਿਸੇ ਨਾਲ ਦਰੈਂਤ ਲਾਗਬਾਜੀ ਜਾਂ ਰਾਜਨੀਤੀ ਨਹੀਂ ਕੀਤੀ ਜਾਏਗੀ। ਜਿਹੜਾ ਇਹਨਾਂ ਕੰਮਾਂ 'ਚ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਦੇ ਲਈ ਇਹ 100 ਫੈਸਲੇ ਮੈਂ ਤੁਹਾਨੂੰ ਦਿੱਤੇ ਹੈ, ਲੇਕਿਨ ਫੈਸਲੇ ਸਾਡੇ ਇਸ ਤੋਂ ਵੀ ਜ਼ਿਆਦਾ ਹੋ ਚੁੱਕੇ ਹੈ। ਮੈਂ ਫਿਰ 4 ਤਰੀਕ ਨੂੰ ਤੁਹਾਡੇ ਨਾਲ ਮਿਲਾਂਗਾ, ਲੇਕਿਨ ਫੈਸਲਿਆਂ ਤੋਂ ਬਾਹਰ ਜਿਹੜੇ ਮੈਂ ਇਹਨਾਂ ਫੈਸਲਿਆਂ 'ਚ ਨਹੀਂ ਗਲਾਏ, ਚੰਡੀਗੜ੍ਹ ਦੇ ਵਿੱਚ ਮੇਰੇ ਪੱਤਰਕਾਰ ਭਰਾ ਰਹਿੰਦੇ ਆ, ਉਹਨਾਂ ਨੇ ਮੈਨੂੰ ਹੁਕਮ ਕਰਿਆ ਸੀ ਕਿ ਸਾਡੀਆਂ ਵੀ ਕੁਝ ਡਿਮਾਂਡਾਂ ਹੈਗੀਆਂ। ਉਹਨਾਂ ਦੀਆਂ 3 ਡਿਮਾਂਡਾਂ ਮੈਂ ਤੁਹਾਨੂੰ ਗਿਣਾ ਰਿਹਾ ਜਿਹੜੀਆਂ ਅਸੀਂ ਪਾਸ ਕਰ ਦਿੱਤੀਆਂ, ਉਹ ਮੈਂ ਤੁਹਾਨੂੰ ਬੋਲ ਕੇ ਸੁਣਾ ਰਿਹਾ, ਕਿਉਂਕਿ ਪੱਤਰਕਾਰ ਤੋਂ ਬਿਨਾ ਡੈਮੋਕ੍ਰੈਟਿਕ ਸਿਸਟਮ ਨਹੀਂ ਚੱਲ ਸਕਦਾ, ਕਾਮਯਾਬ ਨਹੀਂ ਹੋ ਸਕਦਾ। ਤੇ ਚੰਗੇ ਪੱਤਰਕਾਰ ਚੰਗੇ ਸਮਾਜ ਨੂੰ ਸਿਰਜਦੇ ਹੈ। ਚੰਗੇ ਪੱਤਰਕਾਰ ਰਾਜਨੀਤੀ ਨੂੰ ਸੇਧ ਦਿੰਦੇ ਹੈ। ਚੰਗਾ ਪੱਤਰਕਾਰੀ ਦੇ ਨਾਲ ਸਰਕਾਰਾਂ ਚੰਗੇ ਤਰੀਕੇ ਨਾਲ ਕੰਮ ਕਰਦੀਆਂ। ਇਸ ਲਈ ਵੈਟਰਨ ਪੱਤਰਕਾਰਾਂ ਲਈ ਮਾਸਿਕ ਵਿੱਤੀ ਸਹਾਇਤਾ 12,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 15,000 ਰੁਪਏ ਪ੍ਰਤੀ ਮਹੀਨਾ ਕੀਤੀ ਜਾਂਦੀ ਹੈ। ਮੁਫਤ ਬੱਸ ਸਫ਼ਰ ਸਹੂਲਤਾਂ ਵਿੱਚ ਚੰਡੀਗੜ੍ਹ ਸਥਿਤ ਪੱਤਰਕਾਰਾਂ ਨੂੰ 3200 ਰੁਪਏ ਤੋਂ ਵਧਾ ਕੇ 4,000 ਰੁਪਏ ਅਤੇ ਫੀਲਡ ਸਥਿਤ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਮੁਫਤ ਬੱਸ ਸਫ਼ਰ ਸਹੂਲਤ 2400 ਰੁਪਏ ਤੋਂ ਵਧਾ ਕੇ 3000 ਰੁਪਏ ਕੀਤੀ ਜਾਂਦੀ ਹੈ। ਹੈਲਥ ਇੰਸ਼ੋਰੈਂਸ ਤਹਿਤ ਆਉਂਦੇ ਮਾਨਤਾ ਪ੍ਰਾਪਤ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਦੇ 5 ਲੱਖ ਰੁਪਏ ਤੋਂ ਵੱਧ ਦੇ ਇਲਾਜ ਉੱਤੇ ਆਉਣ ਵਾਲੇ ਖਰਚੇ ਨੂੰ ਸਰਕਾਰ ਵੱਲੋਂ ਸਹਿਣ ਕੀਤਾ ਜਾਏਗਾ। ਇਹ 3 ਡਿਮਾਂਡਾਂ ਪੱਤਰਕਾਰ ਯੂਨੀਅਨ ਨੇ ਦਿੱਤੀਆਂ ਸੀ, ਲੇਕਿਨ 2 ਡਿਮਾਂਡਾਂ ਹੋਰ ਹੈ ਜਿਹੜੀਆਂ ਕਿ ਅੰਡਰ ਪ੍ਰੋਸੈਸ ਹੈ। ਸੋ ਇਹ ਸਾਡਾ 100 ਦਿਨ ਦਾ ਰਿਪੋਰਟ ਕਾਰਡ ਹੈ। ਅਸੀਂ ਜਿੰਨੀਆਂ 100 ਦਿਨਾਂ ਦੇ ਵਿੱਚ ਕੈਬਨਿਟ ਮੀਟਿੰਗਾਂ ਕਰੀਆਂ, ਉਨੀਆਂ 5 ਸਾਲ 'ਚ ਨਹੀਂ ਹੋਈਆਂ। ਅਸੀਂ ਪਹਿਲਾਂ ਜਿਹੜਾ ਮੁੱਖ ਮੰਤਰੀ ਸੀ ਉਹਦੇ ਬਾਰੇ ਪੁੱਛਦੇ ਸੀ ਵੀ ਯਾਰ ਇਹ ਜਾਗਦਾ ਕਾਹਦਾ ਹੈ, ਮੈਨੂੰ ਪੁੱਛਦੇ ਸੌਂਦਾ ਕਾਹਦਾ ਹੈ। ਅਸੀਂ ਦਿਨ ਰਾਤ ਮਿਹਨਤ ਕਰਕੇ, ਹੁਣ ਸਾਡਾ ਅੱਜ ਵੀ ਦਫ਼ਤਰ ਲੱਗਿਆ ਹੋਇਆ ਹੈ, ਕੱਲ ਨੂੰ ਵੀ ਲੱਗਣਾ ਹੈ ਤੇ ਪਹਿਲੀ ਵਾਰ ਹੈ ਕਿ ਛੁੱਟੀ ਵਾਲੇ ਦਿਨ ਵੀ ਖਜ਼ਾਨਾ ਖੁੱਲ੍ਹਾ ਹੈ ਸਾਡਾ। ਅੱਜ ਸਾਡਾ ਖਜ਼ਾਨਾ ਖੁੱਲ੍ਹਾ ਹੈ। ਇਸ ਕਰਕੇ ਜਿਹੜੇ ਕਹਿੰਦੇ ਸੀ ਜੀ ਖਜ਼ਾਨਾ ਖਾਲੀ ਹੈ, ਅਸੀਂ ਅੱਜ ਹੁਣ ਛੁੱਟੀਆਂ ਵਾਲੇ ਦਿਨ ਵੀ ਖੋਲ ਕੇ ਰੱਖਦੇ। ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਸਾਡਾ ਇੱਕ ਤਕੜਾ ਉਪਰਾਲਾ ਹੈ। ਆਉਣ ਵਾਲੇ ਸਮੇਂ 'ਚ ਸਾਡਾ ਕਿਆ ਸੋਚ ਹੋਏਗੀ ਇਹ ਵੀ ਅਸੀਂ ਇਲੈਕਸ਼ਨ ਤੋਂ ਪਹਿਲਾਂ ਦੱਸਾਂਗੇ। ਫਿਲਹਾਲ ਅਸੀਂ ਸਰਕਾਰ ਦੇ ਤਾੜੇ ਨੂੰ ਸਿੱਧਾ ਕਰਨ ਲੱਗੇ ਹੋਏ, ਜਿਹੜਾ ਇਹਨਾਂ ਨੇ ਉਲਝਾਇਆ ਹੋਇਆ ਸੀ। ਹੁਣ ਅਸੀਂ ਸਿੱਧੀ ਗੱਡੀ ਤੋਰ ਲਈ। 842 ਨਵੀਆਂ ਬੱਸਾਂ ਪਾਈਆਂ। ਮੈਂ ਉਸ ਦਿਨ ਕਿਹਾ ਸੀ ਯਾਰ ਇਹ ਕਹਿੰਦੇ ਜੀ ਇਹ ਮੱਝਾਂ ਵੀ ਚੋ ਲੈਂਦਾ, ਇਹ ਕਹਿੰਦੇ ਜੀ ਇਹ ਰਿਕਸ਼ਾ ਵੀ ਚਲਾ ਲੈਂਦਾ। ਮੈਂ ਕਿਹਾ ਮੈਂ ਅੱਜ ਦਿਖਾ ਦਵਾਂਗੇ ਮੈਂ ਬੱਸ ਵੀ ਚਲਾ ਲੈਂਦਾ। ਉਸ ਦਿਨ ਬੱਸ ਚਲਾ ਕੇ ਦਿਖਾਈ ਹੈ। ਤੇ 842 ਬੱਸਾਂ ਅਸੀਂ ਇਹਨਾਂ 100 ਦਿਨਾਂ ਵਿੱਚ ਹੀ ਪਾਸ ਕੀਤੀਆਂ, ਇਹਨਾਂ ਦੇ ਵਿੱਚ ਹੀ ਖਰੀਦੀਆਂ, ਇਹਨਾਂ ਵਿੱਚ ਹੀ ਚੈਸੀਆਂ ਖਰੀਦ ਕੇ ਬੱਸਾਂ ਬਣਾਈਆਂ ਤੇ ਇਹਨਾਂ ਦੇ ਵਿੱਚ ਹੀ ਅਸੀਂ ਚਲਾ ਦਿੱਤੀਆਂ।
ਤੇ ਇਹਨਾਂ ਦਿਨਾਂ ਵਿੱਚ ਜਿਹੜੇ ਨਜਾਇਜ਼ ਬੱਸਾਂ ਚੱਲਦੀਆਂ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੈ। ਇਸ ਕਰਕੇ ਅਸੀਂ ਪਾਰਦਰਸ਼ੀ ਸਰਕਾਰ ਦੇਣੀ ਹੈ, ਕਰਪਸ਼ਨ ਰਹਿਤ ਸਰਕਾਰ ਦੇਣੀ ਹੈ। ਬਹੁਤ ਸਾਰੇ ਬੰਦਿਆਂ ਨੂੰ ਅਸੀਂ ਫੜ ਕੇ ਅੰਦਰ ਕੀਤਾ ਹੈ ਜਿਹੜੇ ਕਰਪਸ਼ਨ ਕਰਦੇ ਹੈ, ਨਸ਼ੇ ਵੇਚਣ ਵਾਲਿਆਂ ਦੇ ਪਿੱਛੇ ਪਏ ਹੈ, ਤੇ ਨਾਲ ਅਸੀਂ ਇੱਕ ਅੱਛਾ ਪ੍ਰਸ਼ਾਸਨ ਦੇਣਾ ਹੈ ਤੇ ਲੋਕਾਂ ਨੂੰ ਲਾਈਵਲੀਹੁੱਡ ਲਈ, ਸਹੀ ਜੀਵਨ ਦੇਣ ਲਈ ਉਹਨਾਂ ਨੂੰ ਸਸਤੀ ਹਰ ਚੀਜ਼ ਮੁਹੱਈਆ ਕਰਾਣੀ ਹੈ, ਤਾਂ ਕਿ ਕਿਉਂਕਿ ਜਿਹੜਾ ਸਰਕਾਰ ਦਾ ਪੈਸਾ ਉਹ ਲੋਕਾਂ ਦੇ ਘਰ ਜਾਣਾ ਚਾਹੀਦਾ ਹੈ, ਕਿਸੇ ਇੱਕ ਦੇ ਘਰ ਨਹੀਂ ਜਾਣਾ ਚਾਹੀਦਾ। ਇਸ ਕਰਕੇ ਉਹ ਸਰਕਾਰ ਦੇ ਪੈਸੇ ਨੂੰ ਅਸੀਂ ਦਾ ਖਜ਼ਾਨਾ ਲੋਕਾਂ ਵੱਲ ਨੂੰ ਖੋਲਿਆ ਤੇ ਹੁਣ ਲੋਕਾਂ ਦੇ ਘਰ ਸਰਕਾਰ ਦਾ ਖਜ਼ਾਨਾ ਜਾਣ ਲੱਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਸਨੀ ਸਾਹਿਬ, ਮੇਰਾ ਇੱਕ ਸਵਾਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਦਿਨ ਰਾਤ ਕੰਮ ਕਰ ਰਹੀ ਹੈ ਸਰਕਾਰ, ਖਜ਼ਾਨੇ ਖੁੱਲ ਗਏ ਹੈ, ਸਿੱਧੇ ਰਾਹ ਵੀ ਪੈ ਗਈ ਹੈ ਬਸ, ਬਟ ਸਿੱਧੂ ਸਾਹਿਬ ਤੁਹਾਡੀ ਇਹ ਸਾਰੇ ਸਿੱਧੇ ਰਾਹ, ਤੁਹਾਡੇ 100 ਫੈਸਲੇ, ਇਹਨਾਂ ਤੇ ਕਿਉਂ ਕੁਐਸਚਨ ਚੱਕਦੇ ਆ? ਉਹ ਕਹਿੰਦੇ ਕੇਬਲ ਕਿੱਥੇ ਹੋਇਆ, ਰੇਤਾ ਕਿੱਥੇ ਹੋਇਆ, ਬੇਅਦਬੀ ਕਿੱਥੇ ਹੋਈ, ਨਸ਼ਾ ਕਿੱਥੇ ਹੋਇਆ? ਤੁਸੀਂ ਜਵਾਬ ਦਿਓ, ਇਹ ਸਭ ਕੀ ਹੈ? ਤੁਸੀਂ और ये बुकलेट भी आपने चेक कराई थी? ਹਾਂ, ਇਹ ਬੁਕਲੇਟ ਵੀ ਚੈੱਕ ਕਰਾ ਲਿਓ। ਦੇਖੋ, ਮੈਂ ਫੇਰ ਕਹਿ ਰਿਹਾ ਕਿ ਰੇਤਾ 5.5 ਰੁਪਏ ਦਰਿਆ ਤੇ ਵਿਕਦਾ ਹੈ, ਖੱਡ ਤੇ ਵਿਕਦਾ ਹੈ। ਕੋਈ ਬੰਦਾ ਵੀਡੀਓ ਪਾ ਦੇਵੇ, ਮੈਂ ਉਹਨੂੰ 25,000 ਰੁਪਏ ਸਰਕਾਰ ਵੱਲੋਂ ਨਾਮ ਦੇ ਰਿਹਾ, ਆਪਣੇ ਵੱਲੋਂ ਨਹੀਂ। ਤੇ ਵਾਕਈ 5.5 ਰੁਪਏ ਵਿਕ ਰਿਹਾ। ਦੂਸਰਾ, ਕੇਬਲ ਦਾ ਜੇ ਅਸੀਂ ਮਸਲਾ ਛੇੜਿਆ ਨਹੀਂ, ਸਿੱਧੂ ਸਾਹਿਬ ਨੇ ਕਾਨੂੰਨ ਇਹਦੇ ਤੇ ਬਣਾਇਆ ਸੀ, ਲੇਕਿਨ ਉਹ ਅਪ ਟੂ ਮਾਰਕ ਨਹੀਂ ਬਣਿਆ। ਉਹ ਵੀ 2 ਸਾਲ ਮੰਤਰੀ ਰਹੇ, ਨਹੀਂ ਬਣਿਆ। ਲੇਕਿਨ ਇਹ ਕੇਂਦਰ ਦਾ ਹੋਣ ਕਰਕੇ ਮੈਂ ਕਿਹਾ ਸੀ 100 ਰੁਪਇਆ ਵਿੱਚੋਂ ਮੈਨੂੰ ਆ ਕੇ ਮਿਲੇ ਕਿ ਜੀ 150 ਕਰੋ। ਅਸੀਂ ਇਹਦੇ ਬਾਰੇ ਵਿਚਾਰ ਕਰ ਰਹੇ, ਕੇਬਲ ਦਾ ਕੋਈ ਸਹੀ ਕਾਨੂੰਨ, ਕਿਉਂਕਿ ਕੇਂਦਰ ਦੇ ਅਧਿਕਾਰ ਖੇਤਰ ਰੇਟ ਹੈ, ਸਾਡੇ ਅਧਿਕਾਰ ਖੇਤਰ ਹੈ ਨਹੀਂ। ਇਹਦੇ ਬਾਰੇ ਅਸੀਂ ਬਣਾ ਰਹੇ ਹਾਂ। ਬਾਕੀ ਤੁਸੀਂ ਰੇਤੇ ਦੀ ਗੱਲ ਕੀਤੀ, ਤੁਸੀਂ ਬੇਅਦਬੀ ਦੀ ਗੱਲ ਕੀਤੀ। ਬੇਅਦਬੀ ਦਾ ਕੇਸ ਹੈ ਜਿਹੜਾ, ਉਹ ਅਸੀਂ ਬਹੁਤ ਅੱਗੇ ਵਧਾ ਲਿਆ ਹੈ। ਤੁਸੀਂ ਤਾਂ ਕਿਹਾ ਸੀਗਾ 48 ਘੰਟੇ ਚ ਸੁਲਝਾਵਾਂਗੇ। ਇਹ ਤਾਂ ਦਰਬਾਰ ਸਾਹਿਬ ਵਾਲੀ ਗੱਲ ਸੀ। ਅਸੀਂ ਇਕੱਲੇ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਤੁਹਾਡੀ ਸਰਕਾਰ ਨੇ ਕਿਹਾ ਕਿ 48 ਆਵਰਸ ਦੇ ਵਿੱਚ ਅਸੀਂ ਇਹ ਕੇਸ ਸੋਲਵ ਕਰ ਦਾਂਗੇ। ਦੇਖੋ, ਕਪੂਰਥਲੇ ਦੇ ਵਿੱਚ ਗੱਲ ਹੋਈ, 48 ਘੰਟੇ ਦੇ ਵਿੱਚ ਅਸੀਂ ਹੱਲ ਕਰਕੇ ਬੰਦਾ ਫੜ ਕੇ ਅੰਦਰ ਦੇਤਾ ਹੈ। ਜਿਹੜੀ ਹਰਮੰਦਰ ਸਾਹਿਬ 'ਚ ਗੱਲ ਹੋਈ ਹੈ, ਉਹਦੇ 'ਚ SGPC ਇਨਵੋਲਵ ਹੈ। SGPC ਨੇ ਕਿਹਾ ਕਿ ਐਸੀ ਕਮੇਟੀ ਬਣਾਣੀ ਹੈ। ਐਸੀ ਧਾਰਮਿਕ ਭਾਵਨਾਵਾਂ ਕਿਸੇ ਤਰ੍ਹਾਂ ਵੀ ਸਾਡਾ ਆਪਣਾ ਵੀ ਅਕੀਦਾ ਹੈ ਹਰਮੰਦਰ ਸਾਹਿਬ ਦੇ ਵਿੱਚ। SGPC ਉੱਥੇ ਇਲੈਕਟਿਡ ਬੋਡੀ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣੀ ਆਪ ਜਾਂਚ ਕਰਾਣੀ ਹੈ। ਪਹਿਲਾਂ ਉਹਨਾਂ ਦੀ ਜਾਂਚ ਚੱਲ ਰਹੀ ਹੈ। ਜਿਵੇਂ ਉਹ ਸਾਨੂੰ ਅੱਗੇ ਕਹਿਣਗੇ ਅਸੀਂ ਅੱਗੇ ਵਧਾਵਾਂਗੇ ਗੱਲ, ਲੇਕਿਨ ਸਾਡੀ ਵੀ ਜ਼ਿੰਮੇਵਾਰੀ ਹੈ ਜਿਹੜੀ, ਅਸੀਂ ਉਸ ਤੇ ਭੱਜਾਂਗੇ ਨਹੀਂ। ਉਹ ਵੀ ਅਸੀਂ ਆਪਣੇ ਵੱਲੋਂ ਵੀ ਉਹਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਰ ਰਹੇ। ਲੇਕਿਨ SGPC ਤੋਂ ਅਸੀਂ ਕਿਸੇ ਤਰ੍ਹਾਂ ਵੀ ਹਰਮੰਦਰ ਸਾਹਿਬ ਦੇ ਮਸਲੇ ਦੇ ਵਿੱਚ ਬਾਹਰ ਨਹੀਂ ਜਾਣਾ ਚਾਹੁੰਦੇ। ਇਹ ਸਿੱਖਾਂ ਦੀ ਜਮਾਤ ਹੈ, ਸਿੱਖਾਂ ਦਾ ਮੇਨ ਧਾਰਮਿਕ ਸਥਾਨ ਹੈ। ਇਸ ਕਰਕੇ ਸਰਕਾਰ ਨੂੰ ਬਹੁਤ ਸੋਚ ਸਮਝ ਕੇ ਔਰ ਆਪਣੀ ਅਕੀਦਾ ਸਿੱਖੀ ਦੇ ਵਿੱਚ ਰੱਖ ਕੇ ਇਸ ਦੇ ਫੈਸਲੇ ਲੈਣੇ ਪੈਂਦੇ। वन बाय वन माइक नहीं माइक देके वन बाय वन माइक ले लो वन बाय वन। ਮੇਰੀ ਆਵਾਜ਼ ਹੀ ਬਹੁਤ ਵਧੀਆ ਯਾਰ। ਚੰਨੀ ਸਾਹਿਬ, ਉਹ ਜਿਹੜੀ ਅਸਲ 'ਚ ਗੱਲ ਕੀ ਹੈ, ਜਿਹੜਾ ਤੁਸੀਂ 100 ਸਾਲ 'ਚ ਵਧੀਆ ਕੰਮ ਕੀਤਾ, ਵਧੀਆ ਫੈਸਲੇ ਕੀਤੇ, 100 ਦਿਨ 'ਚ ਚਲੋ 100 ਸਾਲ ਤੋਂ ਚੱਲਣਗੇ, ਤੇ ਇਹ 100 ਦਿਨਾਂ ਦੇ ਵਿੱਚ ਤੁਮ ਜੀਓ ਹਜ਼ਾਰੋਂ ਸਾਲ। ਹਾਂਜੀ, ਥੈਂਕ ਯੂ ਜੀ। ਗੱਲ ਇਹ ਹੈ ਕਿ ਵੀ ਹਰ ਵਾਰ ਤੁਹਾਡੇ ਕੰਮ ਨੂੰ ਲੈ ਕੇ, ਕਿਉਂਕਿ ਤੁਹਾਡਾ ਤੁਸੀਂ ਨਾਲ ਨੋਟੀਫਿਕੇਸ਼ਨ ਦਿਖਾ ਰਹੇ ਹੋ ਕੀ ਹੋ ਰਿਹਾ ਹੈ, ਲੇਕਿਨ ਦੂਜੇ ਪਾਸੇ ਇਲੈਕਸ਼ਨ ਮੋਡ ਸਿਰ ਤੇ ਖੜੀ ਹੈ, ਕਿਉਂਕਿ ਕਿਸੇ ਟਾਈਮ ਵੀ ਜਿਹੜਾ ਕੋਡ ਆਫ ਕੰਡਕਟ ਲੱਗ ਸਕਦਾ ਹੈ। ਇਸ ਦੌਰਾਨ ਪਾਰਟੀ ਪ੍ਰਧਾਨ ਦਾ, ਕਿਉਂਕਿ ਅਕਸਰ ਠੀਕ ਹੈ ਤੁਸੀਂ ਕਈ ਗੱਲਾਂ ਜਵਾਬ ਦਿੰਦੇ ਨਹੀਂ ਹੋ, ਨਜ਼ਰਅੰਦਾਜ਼ ਕਰਦੇ ਹੋ। ਤੁਸੀਂ ਪੁਲਿਸ ਵਾਲੇ ਮਹਿਕਮੇ 'ਚ ਉਹਨਾਂ ਪੁਲਿਸ ਵਾਲੇ ਨੂੰ ਜਿਵੇਂ ਉਹਨਾਂ ਗੱਲ ਕੀਤੀ, ਤੁਸੀਂ ਗੱਲ ਕਹਿਤਾ ਕਿ ਚਲੋ ਮੈਨੂੰ ਹਰ ਮੁਲਾਜ਼ਮ ਜੇ ਚੰਗਾ ਲੱਗਦਾ ਜਾਂ ਜੋ ਵੀ ਹੈ, ਤੁਸੀਂ ਕਾਫੀ ਉਹਨਾਂ ਨੂੰ ਉਸ ਨੂੰ ਕੰਟਰੋਵਰਸੀ ਨੂੰ ਕਾਫੀ ਕਵਰ ਅਪ ਕੀਤਾ। ਲੇਕਿਨ ਉਹਦੇ ਬਾਵਜੂਦ, ਕਿਉਂਕਿ ਦਿੱਲੀ ਵੀ ਗਏ ਹੋ, ਰੇ ਵੀ ਉੱਥੇ ਗੱਲਬਾਤ ਵੀ ਕੀਤੀ, ਕੀ ਇਹਨਾਂ ਦਾ ਬਾਰ-ਬਾਰ ਇੱਕ ਕੰਟਰੋਵਰਸੀ ਕ੍ਰੀਏਟ ਕਰਨਾ, ਜਾਂ ਮੇਰੇ ਸਾਥੀ ਨੇ ਕਿਹਾ ਵੀ ਨਹੀਂ ਹੋ ਰਹੇ ਫੈਸਲੇ, ਤੇ ਦਿਖਾ ਰਹੇ ਆਖਰਕਾਰ ਮਸਲਾ ਮਤਲਬ ਹੈ ਕੀ ਹੈ, ਔਰ ਆਪਾਂ ਇਹਦੇ 'ਚ 2 ਟੁਕ ਜਵਾਬ ਦੇ ਦਈਏ ਵੀ ਇਹ ਪਾਰਟੀ ਪ੍ਰਧਾਨ ਕੀ ਕਰ ਰਿਹਾ, ਉਹ ਚੀਫ ਮਿਨਿਸਟਰ ਕੀ ਕਰ ਰਿਹਾ, ਬਾਰ-ਬਾਰ ਇਹ ਗੱਲ ਉੱਠਦੀ ਹੈ। ਇਹਦਾ ਜਵਾਬ ਦਿਓ, ਕਿਉਂਕਿ ਆਪਾਂ ਚਾਹੁੰਦੇ ਤੁਹਾਡੇ ਦਿਲ ਤੋਂ ਗੱਲ ਨਿਕਲੇ। ਮੈਂ ਆਪਣੀ ਪਾਰਟੀ
ਦਾ ਵਫਾਦਾਰ ਸਿਪਾਹੀ ਹੈ। ਪਾਰਟੀ ਨੇ ਜਿਹੜੀ ਮੇਰੀ ਡਿਊਟੀ ਲਗਾਈ ਹੈ ਮੈਂ ਉਹਨੂੰ ਨਿਭਾ ਰਿਹਾ, ਨੇਕ ਨੀਤੀ ਨਾਲ ਨਿਭਾ ਰਿਹਾ, ਇਮਾਨਦਾਰੀ ਨਾਲ ਨਿਭਾ ਰਿਹਾ, ਤਨਦੇਹੀ ਨਾਲ ਨਿਭਾ ਰਿਹਾ। ਬਾਕੀ ਮੈਂ ਤਾਂ ਸਿੱਧੂ ਸਾਹਿਬ ਨੂੰ ਕਿਹਾ ਵੀ ਜਿੱਥੇ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ। ਮੈਂ ਤਾਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ ਤੇ ਕਰ ਵੀ ਰਿਹਾ। ਬਾਕੀ ਇਹ ਹੈ ਕਿ ਪਾਰਟੀ ਜਿਹੜੀ ਹੁੰਦੀ ਹੈ ਉਹ ਸਰਕਾਰ ਦੀ ਬਾੜ ਹੁੰਦੀ ਹੈ ਤੇ ਪਾਰਟੀ ਨੇ ਆਪਣੀ ਸਰਕਾਰ ਨੂੰ ਉੱਪਰ ਚੱਕਣਾ ਹੁੰਦਾ ਹੈ ਤੇ ਮੈਂ ਆਪਣੇ ਵੱਲੋਂ ਹਰ ਕੁਰਬਾਨੀ ਪਾਰਟੀ ਲਈ ਹਮੇਸ਼ਾ ਕਰਨ ਨੂੰ ਤਿਆਰ ਰਹਿੰਦਾ ਤੇ ਤਿਆਰ ਹਾਂ। ਮੈਨੂੰ ਜਿਵੇਂ ਪਾਰਟੀ ਕਹੇਗੀ ਮੈਂ ਉਸ ਤਰ੍ਹਾਂ ਚੱਲਣਾ ਹੈ। ਲੇਕਿਨ ਅੱਜ ਜਿਹੜੀ ਇਹ ਹੈ ਇਹ ਸਰਕਾਰ ਦੇ ਕੰਮਾਂ ਤੇ ਅਸੀਂ ਗੱਲ ਕਰ ਰਹੇ ਹਾਂ। ਹੋਰ ਤੁਸੀਂ ਇਹਦੇ ਬਾਰੇ ਕੋਈ ਗੱਲ ਪੁੱਛਣੀ ਤਾਂ ਪੁੱਛ ਸਕਦੇ ਹੋ। ਚੰਨੀ ਸਾਹਿਬ ਲਗਾਤਾਰ ਹੀ ਸਵਾਲ ਵੀ ਤੁਹਾਡੇ ਉੱਤੇ ਖੜੇ ਕੀਤੇ ਜਾ ਰਹੇ ਨੇ ਕਿ ਲੋਲੀਪੌਪ ਵੰਡੇ ਜਾ ਰਹੇ ਨੇ ਜਾਂ ਕੁਝ ਵੀ ਹੈਗਾ। ਇਹ ਵੀ ਕਿਹਾ ਜਾ ਰਿਹਾ ਕਿ ਬਿਨਾਂ ਲਾੜੇ ਤੋਂ ਜਿਹੜੀ ਬਰਾਤ ਹੈਗੀ ਆ ਉਹ ਜਾ ਨਹੀਂ ਸਕਦੀ ਹੈਗੀ ਵਿਧਾਨ ਸਭਾ ਦੇ ਵਿੱਚ। ਕੀ ਲੱਗ ਰਿਹਾ ਹੈਗਾ ਕਿ ਜਿਹੜਾ ਸੀਐਮ ਦਾ ਫੇਸ ਹੈਗਾ, ਸੀਐਮ ਦਾ ਫੇਸ ਹਾਈ ਕਮਾਂਡ ਨੇ ਕਿਹਾ ਕਿ ਕੋਈ ਵੀ ਨਹੀਂ ਹੋਊਗਾ, ਹਾਈ ਕਮਾਂਡ ਹੀ ਫੇਸ ਹੋਊਗਾ। ਤੁਹਾਡਾ ਨਾਂ ਅੱਗੇ ਵਧਾਇਆ ਜਾ ਰਿਹਾ ਤੇ ਸਿੱਧੂ ਸਾਹਿਬ ਕਹਿੰਦੇ ਨੇ ਕਿ ਮੈਂ ਮੁੱਖ ਮੰਤਰੀ ਬਣਨਾ ਹੈਗਾ। ਤੇ ਇਹਦੇ ਨਾਲ ਹੀ ਮੇਰਾ ਦੂਸਰਾ ਸਵਾਲ ਇਹ ਹੈਗਾ ਕਿ ਕੱਲ ਜਿਸ ਤਰ੍ਹਾਂ ਕਿ ਪੰਥਕ ਇਕੱਠ ਕੀਤਾ ਜਾ ਰਿਹਾ ਹੈਗਾ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਵਿੱਚ ਬੇਅਦਬੀ ਦੇ ਮਸਲੇ ਨੂੰ ਲੈ ਕੇ, ਉਹਨੂੰ ਸਰਕਾਰ ਕਿਸ ਤਰ੍ਹਾਂ ਦੇਖ ਰਹੀ ਹੈ? ਦੇਖੋ, ਬੇਅਦਬੀ ਦੇ ਮਸਲਾ ਜਿਹੜਾ ਹੈ ਗਿੱਲ ਇਹਦੇ ਨਾਲ ਕੋਰਟ ਵੀ ਨਾਲ ਚੱਲਦੀ ਹੈ। ਕੋਰਟ ਵੱਲੋਂ ਬੜੀਆਂ ਰਿਸਟ੍ਰਿਕਸ਼ਨਾਂ ਔਰ ਤੁਹਾਨੂੰ ਪਤਾ ਕਿ ਪਿਛਲੀ ਸਰਕਾਰ ਨੇ ਇਹਨੂੰ ਬੁਰੀ ਤਰ੍ਹਾਂ ਉਲਝਾਇਆ ਹੋਇਆ। ਸਾਨੂੰ ਉਧਰ ਵੀ ਪੂਰੀ ਲੜਾਈ ਦੇਣੀ ਪੈ ਰਹੀ ਹੈ। ਹੁਣ ਵੀ ਇੱਕ ਬੰਦੇ ਨੇ 164 ਦੇ ਬਿਆਨ ਦਿੱਤੇ ਬਾਬੇ ਦੇ ਖਿਲਾਫ। ਉਹਦੇ ਵਿੱਚ ਅਸੀਂ ਬਾਬੇ ਦੇ ਵਾਰੰਟ ਲਏ। ਬਾਬੇ ਦੇ ਬੰਦੇ ਜਾ ਕੇ ਸਟੇ ਲਿਆਏ। ਕੋਰਟ ਨੇ ਸਾਨੂੰ ਕਹਿਤਾ ਤੁਸੀਂ ਇਹਨੂੰ ਔਰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਕਰ ਸਕਦੇ, ਜੇਲ੍ਹ ਜਾ ਕੇ ਪੁੱਛ ਲਓ। ਅਸੀਂ ਜਾ ਕੇ ਉੱਥੇ ਪੁੱਛਿਆ, ਜਿਹੜੀ ਸਿੱਟ ਹੈ ਉਹਨੇ ਜੋ ਮੈਨੂੰ ਦੱਸਿਆ ਗਿਆ ਸਿੱਟ ਵੱਲੋਂ, ਉੱਥੇ ਜਾ ਕੇ ਪੁੱਛਿਆ। ਉਹਨੇ ਸੈਟੀਸਫੈਕਟਰੀ ਜਵਾਬ ਨਹੀਂ ਦਿੱਤੇ। ਇਹ ਗੱਲਾਂ ਮੈਨੂੰ ਜੋ ਪਤਾ ਲੱਗੀਆਂ ਮੈਂ ਤੁਹਾਨੂੰ ਉਹ ਦੱਸ ਰਿਹਾ। ਉੱਥੋਂ ਟੀਮ ਨੂੰ ਪੁੱਛਣ ਗਏ, 3 ਵਾਰ ਟੀਮ ਨਹੀਂ ਮਿਲੀ। ਅਲਟੀਮੇਟਲੀ ਇੱਕ ਬਜ਼ੁਰਗ ਆਦਮੀ ਮਿਲਿਆ। ਹੁਣ ਫੇਰ ਬਾਬੇ ਤੋਂ ਅਸੀਂ ਕੋਰਟ ਵਿੱਚ ਕਿਹਾ ਕਿ ਸਾਨੂੰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਦਿਓ। ਇਹ ਸਾਨੂੰ ਸਹੀ ਜਵਾਬ ਨਹੀਂ ਦੇ ਰਹੇ। ਅਸਲ ਦੇ ਵਿੱਚ ਇੱਕ ਹੋਰ ਵੀਡੀਓ ਘੁੰਮ ਰਹੀ ਹੈ। ਇੱਕ ਲੇਡੀ ਕਹਿ ਰਹੀ ਹੈ ਕਿ ਜੀ ਸੁਖਬੀਰ ਬਾਦਲ ਤੇ ਉਹ 3 ਬੰਦੇ ਜਿਹੜੇ ਭਗੌੜੇ ਇਹ ਆਪਸ ਦੇ ਵਿੱਚ ਇਕੱਠੇ। ਇਹ ਗੱਲਾਂ ਸਾਰੀਆਂ ਸਾਹਮਣੇ ਆਉਣੀਆਂ। ਸੁਖਬੀਰ ਬਾਦਲ ਦਾ, ਅਕਾਲੀ ਦਲ ਦਾ ਇਹਦੇ 'ਚ ਕਿਆ ਰੋਲ ਹੈ, ਬਾਬੇ ਦਾ ਕਿਆ ਰੋਲ ਹੈ, ਇਹ ਸਾਰਾ ਸਾਹਮਣੇ ਦਿਖ ਰਿਹਾ ਹੈ। ਲੇਕਿਨ ਇਹਨੂੰ ਸਾਹਮਣੇ ਲਿਆਉਣ ਵਾਸਤੇ ਅਜੇ ਕੋਰਟ ਦੀਆਂ ਅੜਚਣਾਂ ਹੈ। ਉਹਨਾਂ ਨੂੰ ਪਾਸੇ ਕਰਕੇ ਅਸੀਂ ਅੱਗੇ ਵਧ ਰਹੇ। ਸਿੱਟ ਅੱਗੇ ਵਧ ਰਹੀ ਹੈ ਇੰਡੀਪੈਂਡੈਂਟਲੀ। ਜੋ ਮੈਨੂੰ ਉਹਨਾਂ ਨੇ ਦੱਸਿਆ ਉਸ ਤਰੀਕੇ ਨਾਲ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ। ਮੁੱਖ ਮੰਤਰੀ ਸਾਹਿਬ ਇੱਧਰ ਤਰਲੋਚਨ ਬੋਲ ਰਿਹਾ। ਮੁੱਖ ਮੰਤਰੀ ਸਾਹਿਬ ਚੋਣ ਜਾਬਤਾ ਕਿਸੇ ਵੇਲੇ ਵੀ ਲੱਗਣ ਦੇ ਅਸਾਰ ਹੈ। ਚੰਨੀ ਸਾਹਿਬ ਕੋਲ ਕਿਹੜਾ ਇਦਾਂ ਦਾ ਕੋਈ ਟਾਰਗੇਟ ਹੈ ਵੀ ਜਾਂ ਵੱਡਾ ਸੁਪਨਾ ਜਿਹੜਾ ਚੋਣ ਜਾਬਤੇ ਤੋਂ ਪਹਿਲਾਂ ਤੋਂ ਹੀ ਲਾਗੂ ਕਰਾਉਣ ਲਈ ਯਤਨਸ਼ੀਲ ਜੇ? ਮੈਂ ਸਭ ਤੋਂ ਜ਼ਿਆਦਾ ਯਤਨਸ਼ੀਲ ਨੌਜਵਾਨਾਂ ਦੀ ਨੌਕਰੀ ਦਾ ਮਸਲਾ ਹੱਲ ਕਰਨਾ, ਉਹਨਾਂ ਦੀ ਪੜ੍ਹਾਈ ਦਾ ਤੇ ਉਹਨਾਂ ਨੂੰ ਅੱਗੇ ਵਧਣ ਦੀ ਸੋਚ ਜਿਹੜੀ ਆ ਉਹਦੇ ਪਿੱਛੇ ਕੰਮ ਕਰ ਰਹੇ ਹਾਂ। ਉਹਦੇ ਬਾਰੇ ਚ ਮੈਂ ਤੁਹਾਨੂੰ 4 ਤਰੀਕ ਨੂੰ ਦੁਬਾਰੇ ਪ੍ਰੈਸ ਕਾਨਫਰੰਸ ਕਰਾਂਗਾ ਤੇ ਅਸੀਂ ਪੱਕਾ ਕੋਈ ਕਾਨੂੰਨ ਔਰ ਗਾਰੰਟੀ ਲੈ ਕੇ ਆਵਾਂਗੇ ਜਿਹੜੇ ਕਿ ਯੂਥ ਨੂੰ ਅੱਗੇ ਵਧਣ ਵਾਸਤੇ ਔਰ ਉਹਨਾਂ ਦੀਆਂ ਨੌਕਰੀਆਂ ਵਾਸਤੇ ਫੈਸਿਲਿਟੇਟ ਕਰਾਂਗੇ। ਚੰਨੀ ਸਾਹਿਬ, ਤੁਸੀਂ ਪੱਤਰਕਾਰਾਂ ਦੇ 3 ਮਸਲੇ ਹੱਲ ਕੀਤੇ, ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪਰ 2-3 ਮਸਲੇ ਹੋਰ ਅਹਿਮ ਨੇ। ਮੈਂ ਕਿਹਾ ਜੀ ਉਹ ਪਾਈਪਲਾਈਨ 'ਚ ਹੈ, ਮੈਂ ਨਾ ਨਹੀਂ ਕੀਤੀ। ਵੱਡੇ ਮਸਲੇ ਰਹਿ ਨਾ ਜਾਣ, ਨਹੀਂ ਰਹਿਣ ਦਿੰਦੇ। ਇਹ ਇੱਕ ਮਸਲਾ ਹੋਰ ਹੈ ਜੀ। ਇਸ ਦੇ ਨਾਲ ਅਗਲੀ ਜਿਹੜੀ 4 ਦੀ ਕਾਨਫਰੰਸ ਕਰਨੀ ਆ, ਅਸੀਂ ਚਾਹਾਂਗੇ ਕਿ ਤੁਸੀਂ ਪ੍ਰੈਸ ਕਲੱਬ ਕਰੋ, ਮਤਲਬ ਉਹਦੇ ਤੇ ਵੀ ਫੈਸਲਾ ਜਿਹੜਾ ਹੋਣਾ ਚਾਹੀਦਾ। ਇਸ ਦੇ ਨਾਲ ਹੀ ਇਹ ਤੁਸੀਂ ਵੱਖ-ਵੱਖ ਚਿਹਰਿਆਂ ਦਾ ਐਲਾਨ ਕੀਤਾ ਹੈ ਵੀ ਚਿਹਰਾ ਬਣਾਈਆਂ ਜਾ ਰਹੀਆਂ। ਇੱਕ ਮਤਲਬ ਬਹੁਤ ਵੱਡਾ ਪੰਜਾਬ ਦਾ ਸ਼ਹੀਦ ਹੋਇਆ, ਸ਼ਹੀਦ ਉਦਮ ਸਿੰਘ, ਉਹਦੀ ਚੇਅਰ ਦਾ ਰੌਲਾ ਪੈਂਦਾ ਰਿਹਾ। ਪਿਛਲੀ ਇਸ ਤੁਹਾਡੀ ਸਰਕਾਰ 'ਚ ਵੀ ਪੈਂਦਾ ਰਿਹਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੇਅਰ ਬਣਨੀ ਸੀ, ਉਹ ਚੇਅਰ ਅਜੇ ਤੱਕ ਨਹੀਂ ਬਣੀ। ਉਹਦਾ ਕੀ ਕਾਰਨ?
ਇਹ ਜੇ ਨਹੀਂ ਬਣੀ ਤਾਂ ਬਣਾ ਦਾਂਗੇ, ਪਰ ਤੁਹਾਡੀ ਅੱਜ ਮੈਨੂੰ ਗੱਲ ਜੱਜ ਗਈ, ਕਿਉਂਕਿ ਸ਼ਹੀਦ ਊਧਮ ਸਿੰਘ ਦੀ ਬਹੁਤ ਬੜੀ ਕੁਰਬਾਨੀ ਹੈ ਔਰ ਉਹਨਾਂ ਨੇ ਕਿਤਾਬ ਦੇ ਵਿੱਚ ਰਿਵਾਲਵਰ ਰੱਖ ਕੇ ਲੈ ਜਾ ਕੇ ਕਿੱਡੀ ਸੋਚ ਔਰ ਜਿਹੜਾ ਅੰਮ੍ਰਿਤਸਰ ਦਾ ਬਦਲਾ ਉਹਨਾਂ ਨੇ ਉੱਥੇ ਜਾ ਕੇ ਲਿਆ, ਇਹ ਜ਼ਰੂਰ ਬਣਨੀ ਚਾਹੀਦੀ ਹੈ ਔਰ ਅਸੀਂ ਬਣਾ ਦਾਂਗੇ। ਸੀਐਮ ਸਾਹਿਬ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮੁੱਦੇ ਤੇ ਗੱਲ ਹੋਈ, ਆਖਿਰ ਕਮੀ ਕਿੱਥੇ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਵਿਰੋਧੀ ਧਿਰਾਂ ਨਾਲੋਂ ਜ਼ਿਆਦਾ ਸਵਾਲ ਚੁੱਕਦੇ ਆਪਦੀ ਸਰਕਾਰ ਦੀ ਕਾਰਗੁਜ਼ਾਰੀ ਉਹ ਤੇ, ਮਸਲਿਆਂ ਤੇ ਗੱਲ ਕਰ ਲਓ, ਜ਼ਿਆਦਾ ਕਾਰਗੁਜ਼ਾਰੀ ਤੇ ਸਵਾਲ ਲੋਕਾਂ ਦੇ ਚੁੱਕਦੇ ਆ। ਮਸਲਿਆਂ ਤੇ ਗੱਲ ਕਰ ਲਓ। ਮਜੀਠੀਆ ਦੇ ਮਸਲੇ ਤੇ ਹੀ ਆਪਾਂ ਦੇਖ ਲਈਏ, ਉਹ ਕਹਿੰਦੇ ਨੇ ਕਿ ਪਰਚਾ ਦੇਣਾ ਕਹਿੰਦੇ ਕੁਝ ਨਹੀਂ ਹੁੰਦਾ, ਕਿ ਇੰਸਪੈਕਟਰ ਵੀ ਕਿਸੇ ਪਰਚੇ 'ਚ ਬੰਦੇ ਨੂੰ ਅੰਦਰ ਕਰ ਦਿੰਦਾ, ਉਹ ਆਂਦੇ ਮੇਰੇ ਕੋਲੇ ਪਾਵਰ ਹੋਵੇ ਤਾਂ ਮੈਂ ਇਹ ਕਰ ਦਿਆਂ। ਆਖਿਰ ਕਮੀ ਕਿੱਥੇ ਹੈ ਕਿ 3 ਮਹੀਨਿਆਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇਖ ਲਈਏ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਿਉਂ ਨਹੀਂ ਹੋ ਪਾ ਰਿਹਾ? ਮੈਂ ਇੱਕ ਗੱਲ ਕਰਨਾ ਚਾਹੁੰਦਾ ਹਾਂ ਕਿ ਕਿਸੇ ਕ੍ਰਿਮੀਨਲ ਨੂੰ ਫੜਨ ਦਾ ਤਰੀਕਾ ਕਿਆ ਹੈ। ਕਿਸੇ ਕ੍ਰਿਮੀਨਲ ਨੂੰ ਜੇ ਕਿਸੇ ਨੇ ਕੋਈ ਕ੍ਰਾਈਮ ਕਰਿਆ, ਉਹਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਪਰਚਾ ਹੀ ਦੋਗੇ ਨਾ, ਜਿਹੜੀ ਉਹਨੇ ਗਲਤ ਗੱਲ ਕਰੀ ਹੈ। ਔਰ ਐਸੀ ਤਾਂ ਪਰਚਾ ਵੀ ਕੋਰਟ ਦੀਆਂ ਹਦਾਇਤਾਂ ਤੇ ਕੀਤਾ ਹੈ। ਕੋਰਟ ਨੇ ਜਿਹੜੀ ਐਸਟੀਐਫ ਹੈ ਉਹਦੇ ਹੈੱਡ ਨੂੰ ਕਿਹਾ ਕਿ ਸਾਨੂੰ ਇਸ ਦੀ ਚੀਜ਼ ਦੀ ਰਿਪੋਰਟ ਦਿਓ, ਇਹਦੀ ਇਨਵੋਲਵਮੈਂਟ ਕਿਹਦੀ ਕਿੰਨੀ ਹੈ। ਉਹਦੇ ਵਿੱਚ ਉਹਦੀ ਇਨਵੋਲਵਮੈਂਟ ਆਈ, ਉਹਨਾਂ ਨੇ ਕੋਰਟ ਵਿੱਚ ਜਮ੍ਹਾਂ ਕਰਾਈ। ਕੋਰਟ ਨੇ ਕਿਹਾ ਤੁਸੀਂ ਇਹਦੇ ਤੇ ਕਾਰਵਾਈ ਕਰੋ। ਹਾਈ ਕੋਰਟ ਦੇ ਆਦੇਸ਼ ਹੈ, ਹਾਈ ਕੋਰਟ ਦੇ ਆਦੇਸ਼ ਪਰ ਅਸੀਂ FIR ਕੀਤੀ ਹੈ। ਐਸਟੀਐਫ ਦੀ ਪੂਰੀ ਰਿਪੋਰਟ FIR ਦੇ ਵਿੱਚ ਦਰਜ ਹੈ, ਰਿਪੋਰਟ ਤੇ ਹੀ ਦਾਈ ਪਰਚਾ ਬਣਿਆ ਹੈ ਤੇ ਉਹ ਪਰਚੇ ਤੇ ਕਾਰਵਾਈ ਹੋ ਰਹੀ ਹੈ। ਇਹ ਕਹਿੰਦੇ ਸੀ ਜਮੇ ਹੀ ਮਤਲਬ ਪਹਿਲਾਂ ਹੀ ਜਦ ਪਤਾ ਲੱਗ ਗਿਆ ਆਮ ਆਦਮੀ ਵਾਲਿਆਂ ਨੂੰ ਕਿ ਜੀ ਇਹ ਤਾਂ ਪਰਚਾ ਹੋਣ ਲੱਗਿਆ ਹੈ, ਉਹਨਾਂ ਨੇ ਕਹਿਤਾ ਬੋਧਾ ਪਰਚਾ ਕਰਨਗੇ। ਜੇ ਬੋਧਾ ਪਰਚਾ ਹੁੰਦਾ ਤਾਂ ਡਿਸਟ੍ਰਿਕਟ ਕੋਰਟ 'ਚ ਰੱਦ ਹੋ ਜਾਣਾ ਸੀ। ਹੋ ਜਾਣਗੇ ਸੈਟੀਸਫਾਈ। ਮੈਂ ਤੁਹਾਨੂੰ ਦੱਸਦਾ, ਇੱਕ ਸ਼ੇਰ ਹੈ ਕਿ ਆਤੇ ਆਤੇ ਆਏਗਾ ਦਿਲ ਕੋ करार, ਜਾਤੇ ਜਾਤੇ ਬੇਕਰਾਰੀ ਜਾਏਗੀ। ਫਿਕਰ ਨਾ ਕਰੋ, ਘਰ ਸਾਰੇ ਮਸਲੇ ਹੱਲ ਕਰ ਦੇਣੇ ਆ। सीएम साहब मैं कहता देता आते आते आएगा दिल को करार, जाते जाते बेकरारी जाएगी। ਚੰਨੀ ਜੀ ਇਹਦੇ ਨਾਲ ਹੀ ਹੈ ਵੀ ਜਿਹੜੇ ਸਿੱਧੂ ਸਾਹਿਬ ਚੰਨੀ ਜੀ ਇੱਕ ਸੈਕਿੰਡ ਸਿੱਧੂ ਸਾਹਿਬ ਕ੍ਰਿਟਿਸਾਈਜ਼ ਕਰ ਰਹੇ ਆ ਸਰਕਾਰ ਨੂੰ, ਕੀ ਉਹ ਸਰਕਾਰ ਲਈ ਫਾਇਦੇਮੰਦ ਹੈ ਇਮੇਜ ਲਈ ਕਿ ਐਪਰੀਸ਼ੀਏਟ ਕਰੇਗਾ ਤੁਹਾਡੇ ਜਿਹੜਾ ਅੱਗੋਂ ਚੋਣਾਂ ਦੇ ਵਿੱਚ ਉਹਦਾ ਕੀ ਅਸਰ ਹੋਏਗਾ? ਜਿਵੇਂ ਉਹ ਕ੍ਰਿਟਿਸਾਈਜ਼ ਕਰਦੇ ਨੇ ਓਪਨਲੀ ਸਟੇਜਸ ਤੇ ਆ ਕੇ, ਕਿਹੜੇ ਵੇਖਦੇ? ਸੁਣੋ, ਮੈਂ ਹਮੇਸ਼ਾ ਕ੍ਰਿਟਿਸਿਜ਼ਮ ਨੂੰ ਵੈਲਕਮ ਕਰਦਾ ਹਾਂ, ਚਾਹੇ ਉਹ ਕੋਈ ਵੀ ਕਰ ਰਿਹਾ ਹੋਵੇ। ਮੇਰਾ ਭਰਾ ਵੀ ਜੇ ਮੈਨੂੰ ਕਹੇ ਤੂੰ ਇੱਥੇ ਗਲਤ ਹੈ ਤਾਂ ਮੈਂ ਆਪਣੇ ਆਪ ਨੂੰ ਠੀਕ ਕਰ ਲੈਂਦਾ। ਹੋਰ ਦੱਸੋ ਜੀ ਕੋਈ ਗੱਲ? सीएम साहब ਹੋ ਗਿਆ ਸਾਰਾ। चलिए जी, हम भी आपकी राहों में खड़े हैं जनाब। आई हैव टू ਨਹੀਂ, ਇਹਦਾ क्वेश्चन। ਅਸਲੀ ਸ਼ੇਰ ਕਿਆ ਹੈ ਜਿਹੜਾ ਤੁਹਾਡੇ ਵਾਸਤੇ ਉਹ ਬਣਦਾ? ਤੁਸੀਂ ਮੈਨੂੰ ਇਹ ਕਹਿ ਸਕਦੇ ਹੋ कि हम भी दुआएं करते थे बहार की, हमने भी दुआएं की थी बहार की, जैसे तुसी मेरे वास्ते दुआ करते रहे। हमने भी दुआएं की थी बहार की, है बागवां हमारा भी हक है बहार पर। थोड़ा पूरा हक है जी बहार पर, हुक्म करो। सर आई हैव टू क्वेश्चन। ਹੁਣ ਜੇ ਮੈਂ कहता ਮੈਨੂੰ शायरी भी आती है तो उधर ਤੇ ਰੌਲਾ ਪੈ ਜਾਣਾ, ਦੇਖਿਓ ਕਿਤੇ। ਹਾਲਾਂਕਿ ਮੈਂ ਪ੍ਰੋਮਪਟਲੀ ਜੋ ਮੈਨੂੰ ਸਾਹਮਣੇ ਆ ਰਿਹਾ ਮੈਂ ਕਰ ਰਿਹਾ। हाँ जी, मेरा पहला क्वेश्चन जनाब ये है कि पिछले 2 फार्मर चीफ मिनिस्टर सरदार प्रकाश सिंह बादल, कैप्टन अमरिंदर सिंह, उन्होंने एज चीफ मिनिस्टर इन चंडीगढ़ अपनिया रिहायश लई गालबन 2 कोठियां संभाल रखियां सन जी। काइंडली टेल अस कि ਤੁਸੀਂ ਉਹਨਾਂ ਚੋਂ ਕੋਈ ਇੱਕ ਨੂੰ ਖਾਲੀ ਕਰ ਰਿਹਾ ਹੈ ਖਰਚੇ ਘਟਾਉਣ ਲਈ, ਟੌਰ ਘਟਾਉਣ ਲਈ, ਆਪਣੀ ਜੋ ਕੁਝ ਵੀ ਹੈ, ਇੱਕ ਕੋਠੀ 'ਚ ਰਹਿੰਦੇ ਹੋ ਜਾਂ ਪਹਿਲੀਆਂ ਦੀ ਤਰ੍ਹਾਂ 2 ਕੋਠੀਆਂ ਦੇ ਵਿੱਚ ਹੀ? देखो मैं कहना कि कैप्टन अमरिंदर सिंह जी और पुराने जिन्हें CM रहे, इन्हों पास OSD की इन्नी फौज सी कि खर्चे उन्होंने बहुत हो जाते सी। मेरा कोई OSD नहीं है। फिर उन्होंने पोलिटिकल सलाहकार बहुत सी, चहल साहब तो लेके पता नहीं किन्ने गणादमा ਤੁਹਾਨੂੰ, ਉਹਨਾਂ ਦਾ ਗਨਮੈਨ, ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੇ ਦਫ਼ਤਰੀ ਅਮਲੇ, ਪਤਾ ਨਹੀਂ ਕਿਆ ਕਿਆ। ਫੌਜ OSDਆਂ ਦੀ ਸੀ,
ਫੌਜ ਸਲਾਹਕਾਰਾਂ ਦੀ ਸੀ। ਮੇਰਾ ਕੋਈ ਸਲਾਹਕਾਰ ਨਹੀਂ, ਇੱਕ ਮਿੰਟ ਪੂਰੀ ਗੱਲ ਸੁਣ ਲਓ। ਮੇਰਾ ਕੋਈ ਵੀ ਸਲਾਹਕਾਰ ਨਹੀਂ, ਤੁਸੀਂ ਦੇਖ ਲਓ ਕਾਗਜ਼ਾਂ ਦੇ ਵਿੱਚ, ਤੁਸੀਂ ਪੱਤਰਕਾਰ ਹੋ। ਮੇਰਾ ਕੋਈ OSD ਨਹੀਂ, ਮੇਰਾ ਕੋਈ PA ਨਹੀਂ, ਮੈਂ ਆਪੇ ਆਪਣਾ PA ਹੈ, ਮੈਂ ਆਪੇ ਆਪਣਾ OSD ਹੈ, ਮੈਂ ਆਪੇ ਆਪਣਾ ਸਲਾਹਕਾਰ ਹੈ। ਬਾਕੀ ਤੁਹਾਡੇ ਵਰਗੇ ਭਰਾ ਸਲਾਹ ਦੇ ਦਿੰਦੇ ਹੈ। ਤੇ ਮੈਂ ਆਪਣੀ ਕੋਠੀ ਬਦਲੀ ਨਹੀਂ, ਮੈਂ ਉਸੇ ਵਿੱਚ ਰਹਿਣਾ ਜਿਹੜੀ 46 ਨੰਬਰ ਮੇਰੇ ਕੋਲ ਪਹਿਲਾਂ ਸੀ, ਮੈਂ ਉਹੀ ਹੈ। ਮੈਂ CM ਵਾਲੀ ਕੋਠੀ ਵਿੱਚ ਵੀ ਨਹੀਂ ਗਿਆ। ਹੋਰ ਹੁਕਮ ਕਰੋ। सर ਹਾਂਜੀ ਹੁਣ ਉਹਨਾਂ ਨੂੰ ਪੁੱਛ ਲੈਣ ਦਿਓ। ਹਾਂਜੀ ਹਾਂਜੀ सर दूसरा ਇੱਕ क्वेश्चन ਮਿੰਟ, ਹਾਂਜੀ ਦੂਸਰਾ ਪੁੱਛ ਲਓ। दूसरा क्वेश्चन है सर, पिछले कई सालों ਵਿੱਚ ਪੰਜਾਬ ਦੀ ਪੋਲਿਟਿਕਸ ਵਿੱਚ, ਸਿਆਸਤ ਵਿੱਚ ਬੇਗਮ ਮਰੂਸਾ ਆਲਮ ਨਾਂ ਦੀ ਪਾਕਿਸਤਾਨੀ ਮਹਿਲਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮਿੱਤਰ ਦੀਵਾਨਾ ਜੀ ਨੂੰ ਲਿਆਇਆ ਕਰੋ ਤੁਸੀਂ। ਸਰ ਮੇਰਾ ਪੁਆਇੰਟ ਇਹ ਹੈ ਕਿ ਉਹ ਹੁਣ ਚਲੇ ਗਏ ਨੇ ਜੀ, ਪੰਜਾਬ ਛੱਡ ਗਏ ਨੇ। ਦੇਖੋ ਦੀਵਾਨਾ ਜੀ 80 ਨੂੰ ਤੁਸੀਂ ਪਾਰ ਕਰ ਗਏ, 80 ਨੂੰ ਤੁਸੀਂ ਪਾਰ ਕਰ ਗਏ, 80 ਨੂੰ ਕੈਪਟਨ ਸਾਹਿਬ ਪਾਰ ਕਰ ਗਏ। ਮੈਂ ਤੁਹਾਡੇ ਦੋਨਾਂ ਦੀ ਗੱਲ 'ਚ ਨਹੀਂ ਬੋਲਣਾ। ਸੀਐਮ ਸਾਹਿਬ ਇੱਕ ਲੋਕ ਹਿੱਤ ਦਾ ਮਸਲਾ ਹੈ ਜੀ। ਜਿਹੜੇ ਸੀਐਮ ਸਾਹਿਬ ਜਿਹੜਾ ਮੇਰਾ ਸਵਾਲ ਹੈ ਜੀ, ਉਹ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ, ਜਿਹੜਾ ਤੁਸੀਂ 3 ਰੁਪਏ ਘੱਟ ਬਿਜਲੀ ਦਾ ਜਿਹੜਾ ਯੂਨਿਟ ਘੱਟ ਕਰਿਆ ਹੈ, ਉਹਨਾਂ ਦਾ ਇਹਦੇ ਵਿੱਚ ਇੱਕ ਉਹਨਾਂ ਨੇ ਨੈਗੇਟਿਵ ਪੁਆਇੰਟ ਜਿਹੜਾ ਹੈਗਾ, ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵੀ ਦਿੱਤਾ ਹੈ ਕਿ ਜਿਹੜੇ ਲੋਕਾਂ ਨੂੰ ਬਿੱਲ ਦਿੱਤੇ ਜਾ ਰਹੇ ਹੈ ਉਹ 2 ਮਹੀਨੇ ਦਿੱਤੇ ਜਾ ਰਹੇ, ਤੇ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਨੂੰ 1 ਮਹੀਨੇ ਦਾ। ਤਾਂ ਜਿਹੜੇ ਕੰਜ਼ਿਊਮਰ ਹੈ, ਜਿੰਨੇ ਉਹ ਯੂਨਿਟ ਮਤਲਬ ਵਰਤੀ ਜਾਂਦੇ ਹੈ ਤੇ ਉਨੇ ਪੈਸੇ ਵਧੀ ਜਾਂਦੇ ਹੈ। ਅਗਰ ਉਹ 1 ਮਹੀਨੇ ਦਾ ਬਿੱਲ ਤੁਸੀਂ ਕਰੋ ਤਾਂ ਜਿਹੜਾ ਹੈਗਾ ਲੋਕਾਂ ਨੂੰ ਉਹਦਾ ਵਿੱਤੀ ਫਾਇਦਾ ਹੋਏਗਾ। ਏਦਾਂ ਹੈ ਕਿ ਇਹ ਮੈਂ ਰੀਤ ਨਹੀਂ ਸ਼ੁਰੂ ਕੀਤੀ, ਇਹ ਪਿਛਲੇ 10-15 ਸਾਲਾਂ ਤੋਂ 2 ਮਹੀਨੇ ਦਾ ਹੀ ਬਿੱਲ ਆ ਰਿਹਾ। ਉਹਦੇ ਨਾਲ ਕਿਹਾ ਹੈ ਕਿ 2 ਜਣਿਆਂ ਨੂੰ 2 ਵਾਰ ਨਹੀਂ ਜਾਣਾ ਪੈਂਦਾ, ਖਰਚਾ ਸਰਕਾਰ ਦਾ ਘਟਦਾ ਹੈ। ਇਸ ਕਰਕੇ ਐਸੀ ਕੋਈ ਨਵੀਂ ਰੀਤ ਨੂੰ ਸ਼ੁਰੂ ਕਰੀ। ਜਿਸ ਤਰ੍ਹਾਂ ਦੇ 2 ਮਹੀਨੇ ਦੇ ਪਹਿਲਾਂ ਦੇ ਬਿੱਲ ਆ ਰਹੇ ਉਸ ਤਰ੍ਹਾਂ ਹੀ ਆ ਰਹੇ, ਲੇਕਿਨ ਹੁਣ ਜਿਹੜੇ ਬਿੱਲ ਆ ਰਹੇ ਉਹ 3 ਰੁਪਏ ਘੱਟ ਪ੍ਰਤੀ ਯੂਨਿਟ ਘੱਟ ਹੋ ਕੇ ਆ ਰਹੇ, ਤੇ ਲੋਕਾਂ ਨੂੰ ਇਹਦੀ ਬੜੀ ਭਾਰੀ ਰਾਹਤ ਮਿਲੀ ਹੈ। ਜਿਹੜੇ ਆਮ ਆਦਮੀ ਵਾਲਿਆਂ ਨੇ ਫਾਰਮ ਭਰੇ ਸੀ, ਗਰੰਟੀ ਕਾਰਡ, ਉਹ ਘਰੇ ਪਏ ਐਕਸਪਾਇਰ ਹੋ ਗਏ। ਇਸ ਕਰਕੇ ਵੀ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਵੀ ਕੰਮ ਸੀਐਮ ਸਾਹਿਬ ਇਹ ਕੋਈ ਅੱਜ ਦਾ ਨਹੀਂ ਲਿਆ ਜਾ ਰਿਹਾ। ਕੋਈ ਗੱਲ ਨਹੀਂ, ਮਰੰਡੇ, ਮੈਂ ਵੀ ਮਰੰਡੇ ਦਾ ਹੀ ਹਾਂ, ਤੁਸੀਂ ਮਰੰਡੇ ਦੇ ਹੀ ਹੈ, ਆਪਾਂ ਇਕੱਠੇ ਹੀ ਰਹਿੰਦੇ ਹਾਂ ਉੱਥੇ। ਇਸ ਕਰਕੇ ਇਹ ਕੋਈ ਨਵੀਂ ਨਹੀਂ ਲੱਗਿਆ ਹੈ, ਇਹ ਬਲਕਿ 10% ਸੀ, ਇਹ ਘਟਿਆ ਹੈ। ਸੋ ਮੇਰਾ ਖਿਆਲ ਹੈ ਹੁਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੀਐਮ ਸਾਹਿਬ और मेरी गल सुनो, सीएम साहब मेरा भी इसके साथ ही है कि द वे इन्वेस्टिगेशन हैज ऑलरेडी बीन कैरिड आउट इन बम ब्लास्ट इन लुधियाना, all the links are from Pakistan. What we are doing, what strategy we are adopting for the upcoming elections? देखो, कहते सरहद पे चुनाव तनाव है क्या, जरा पता तो करो चुनाव है क्या। ये राहत अंदारी का शेर है। ਜਦੋਂ ਚੋਣਾਂ ਆਉਂਦੀਆਂ ਤਾਂ ਇਸ ਤਰ੍ਹਾਂ ਦੇ ਕੁਝ ਲੋਕ ਸਰਗਰਮ ਹੁੰਦੇ ਆ, ਇਦਾਂ ਦੀਆਂ ਸਰਗਰਮੀਆਂ ਕਰਦੇ। ਪਿਛਲੀ ਚੋਣਾਂ ਦੇ ਵਿੱਚ ਵੀ ਇੱਕ ਪਟਾਕਾ ਚੱਲਿਆ ਸੀ, ਲੇਕਿਨ ਇਹ ਜਿਹੜਾ ਲੁਧਿਆਣੇ ਦੇ ਵਿੱਚ ਬਲਾਸਟ ਹੋਇਆ, ਇਹਦਾ ਐਸੀ ਬੰਦਾ ਸ਼ਨਾਖਤ ਕਰ ਲਈ ਹੈ ਜਿਹੜਾ ਉੱਥੇ ਮਰਿਆ, ਜਿਹਨੇ ਬਲਾਸਟ ਕੀਤਾ। ਉਹ ਖੰਨੇ ਦੇ ਕੋਲ ਦਾ ਇੱਕ ਪੁਲਿਸ ਕਰਮਚਾਰੀ, ਜਿਹੜੇ ਨੂੰ ਪੁਲਿਸ ਨੇ ਚਿੱਟੇ ਡਰੱਗ ਦੇ ਕੇਸ ਦੇ ਵਿੱਚ ਕੱਢਿਆ ਹੋਇਆ ਹੈ, ਉਹ ਬੰਦੇ ਨੇ ਇਹ ਕੰਮ ਕੀਤਾ ਹੈ ਤੇ ਉਹਦੀ ਸ਼ਨਾਖਤ ਹੋ ਗਈ ਹੈ। ਇਸ ਦੇ ਕੇਸ ਦੇ ਡਰੱਗ ਦੇ ਜਿਹੜੇ ਬੜੇ ਸਰਗਣਾ ਹੈ, ਉਹਨਾਂ ਵੱਲੋਂ ਵੀ ਇਹ ਇਸ਼ਾਰਾ ਕਰਦਾ ਹੈ। ਇਸ ਕਰਕੇ ਇਹਦੇ ਪੰਜਾਬ ਵਿੱਚ ਵੀ ਜਿਹੜਾ ਹੈ, ਹੋ ਸਕਦੀਆਂ ਬਾਹਰ ਵੀ ਹੋਣ। ਬਾਹਰ ਤੇ ਇਹ ਜਿਹੜੇ ਇਧਰ ਭਾਈ ਸਾਹਿਬ ਕਹਿ ਰਹੇ, ਇਹ ਕੋਈ ਪਹਿਲੀ ਵਾਰ ਨਹੀਂ ਆ, ਉਹ
ਅੱਗੇ ਵੀ ਇਸ ਤਰ੍ਹਾਂ ਹੀ ਬੋਲਦਾ ਰਹਿੰਦਾ ਹੈ। ਇਹਦਾ ਸਾਡੇ ਤੇ ਕੋਈ ਬਹੁਤਾ ਅਸਰ ਨਹੀਂ ਹੈ, ਲੇਕਿਨ ਪੰਜਾਬ ਸਰਕਾਰ ਲਾਅ ਐਂਡ ਆਰਡਰ ਤੇ ਪੂਰਾ ਕੰਟਰੋਲ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਡਰ ਦੀ ਭਾਵਨਾ ਨਹੀਂ ਹੋਣੀ ਚਾਹੀਦੀ, ਨਾ ਹੀ ਹੈ ਤੇ ਨਾ ਹੀ ਅਸੀਂ ਰਹਿਣ ਦੇਵਾਂਗੇ। ਹਰ ਤਰੀਕੇ ਨਾਲ ਪੰਜਾਬ ਸਰਕਾਰ ਸક્ષਮ ਹੈ ਹਰ ਤਰ੍ਹਾਂ ਦੇ ਖਤਰੇ ਦੇ ਨਾਲ ਜੂਝਣ ਵਾਸਤੇ, ਤੇ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਸੀ ਭਾਈਚਾਰਾ ਸਾਡਾ ਹਮੇਸ਼ਾ ਤੇ ਬਣਿਆ ਹੋਇਆ, ਇਸੇ ਤਰ੍ਹਾਂ ਬਣਿਆ ਰਹਿਣਾ ਰਹੇ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੇ ਬੰਦੇ ਦੇਸ਼ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ ਡਿਸਟਰਬ ਕਰਨ ਦੀ, ਲੇਕਿਨ ਦੇਸ਼ ਸਾਡਾ ਏਕਤਾ ਔਰ ਅਖੰਡਤਾ ਦੇ ਨਾਲ ਮਜ਼ਬੂਤ ਹੈ ਤੇ ਅਸੀਂ ਮਜ਼ਬੂਤੀ ਦੇ ਨਾਲ ਹੀ ਰਹਾਂਗੇ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਾਂਗੇ। ਬਹੁਤ ਧੰਨਵਾਦ। ਨਹੀਂ, ਮੈਨੂੰ ਨਹੀਂ ਪਤਾ ਵੀ ਮੈਨੂੰ ਕੋਈ ਕਾਲ ਆਈ ਹੈ, ਤੁਹਾਨੂੰ ਪਤਾ ਹੋਏਗਾ। ਦੇਖੋ, ਪਹਿਲੀ ਗੱਲ ਤਾਂ ਇੱਕ ਗੱਲ ਸੁਣ ਲਓ, ਜੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਖਤਰਾ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਨੂੰ ਕੋਈ ਖਤਰਾ ਨਹੀਂ ਹੈ, ਨਾ ਮੈਨੂੰ ਕਿਸੇ ਦੀ ਪਰਵਾਹ ਹੈ ਗਲਤ ਆਨਸਰ ਦੀ। ਜਿਹੜੇ ਚੰਗੇ ਆਨਸਰ ਹੈ ਉਹਨਾਂ ਦੀ ਮੈਂ ਹਮੇਸ਼ਾ ਪਰਵਾਹ ਕਰਦਾ।